प्रभु तो दूर हो जाते आ कदी आशीष नूं पा सकते नहीं गे। जिहड़े लोग प्रभु तो दूर हो जाते आ कदी भी आशीष नूं पा सकते नहीं गे। आओ बाणी दे विच चलदे आ, बाणी सानूं की समझाउणा करदी है। प्रभु दी बाणी दे विच चलदे हां, प्रभु दी बाणी सानूं की समझाउणा करदी है। उस तो उपरंत पहलो असीं एक अर्थ पढ़ के वेखदे हां। कहावता उसका 21 अध्याय ਉਹਦੀ 16 आयत ਦੇ ਵਿੱਚੋਂ पढ़ के वेखदे बाणी सानूं की समझाउणा करदी है। ਜਿਹੜੇ ਲੋਕ परमेश्वर तो दूर हो जाते आ ਉਹ ਆਪਣੀ आशीष ਨੂੰ ਕੀ ਕਰਦੇ ਆ ਗਵਾ ਲੈਂਦੇ ਆ। बाणी ਨੂੰ बड़े ध्यान ਦੇ ਕੇ ਸੁਣਦੇ ਆ। बाणी सानूं की समझाउणा करदी है। कहावतां दी पुस्तक उसका 21 अध्याय ਉਹਦੀ 16 आयत ਵਿੱਚੋं पढ़ के वेखदे बाणी सानूं की समझाउणा करदी आ। बड़े ध्यान दे के बाणी नूं पढ़ना है, सुनने वाले ने बड़े ध्यान दे के बाणी नूं सुनना है। बाणी सानूं की समझाउणा करदी है। जिहड़े लोग परमेश्वर तो दूर हो जाते आ वो अपनी आशीष नूं गवा लैंदे आ। बाणी की समझाउणा करदी, बड़े ध्यान दे के सुनदे आ। ਜਿਹੜਾ ਆਦਮੀ ਸਮਝ ਤੋਂ ਰਾਹ ਤੋਂ ਭਟਕ ਜਾਂਦਾ ਹੈ, ਜਿਹੜਾ ਇਨਸਾਨ ਸਮਝ ਦੇ ਰਾਹ ਤੋਂ ਭਟਕ ਜਾਂਦਾ ਹੈ ਉਹਦਾ ਟਿਕਾਣਾ ਭੂਤਨਿਆਂ ਵਿੱਚ ਹੋਵੇਗਾ। ਸਭ ਬੋਲੋ ਹਾਲੇਲੂਇਆ। ਜਿਹੜਾ ਇਨਸਾਨ ਸਮਝ ਦੇ ਰਾਹ ਤੋਂ ਭਟਕ ਜਾਂਦਾ ਹੈ ਕਹਿੰਦਾ ਉਹਦਾ ਟਿਕਾਣਾ ਕਿਹਨਾਂ ਵਿੱਚ ਹੋਵੇਗਾ? ਕਿਹਨਾਂ ਵਿੱਚ ਹੋਵੇਗਾ? ਜਿਹੜਾ ਇਨਸਾਨ ਆਪਣੀ ਜਗ੍ਹਾ ਛੱਡ ਦਿੰਦਾ ਹੈ। ਅਜੀਜ਼ੋ ਭੈਣੋ ਤੇ ਭਰਾਓ, ਜਿਹੜਾ ਇਨਸਾਨ ਆਪਣੀ ਜਗ੍ਹਾ ਛੱਡ ਦਿੰਦਾ ਹੈ, ਜਿਹੜਾ ਸਥਾਨ ਛੱਡ ਦਿੰਦਾ ਹੈ, ਜਿਹੜਾ ਆਪਣੇ ਆਪ ਨੂੰ ਦੂਰ ਲੈ ਜਾਂਦਾ ਹੈ ਪਰਮੇਸ਼ਰ ਦੇ ਕੋਲੋਂ, ਤੇ ਪਰਮੇਸ਼ਰ ਦੀ ਬਾਣੀ ਦੱਸਦੀ ਆ ਜਿਹੜਾ ਇਨਸਾਨ ਸਮਝ ਦੇ ਰਾਹ ਤੋਂ ਭਟਕ ਜਾਂਦਾ ਹੈ ਉਹਦਾ ਵਾਸਾ ਕਿਹਨਾਂ ਵਿੱਚ ਹੋ ਜਾਂਦਾ ਹੈ? ਕਿਹਨਾਂ ਵਿੱਚ? ਉਹਨਾਂ ਦੀ ਜ਼ਿੰਦਗੀ ਵਿੱਚ ਐਂਟਰ ਜੇਕਰ ਕਰਦੇ ਆ, ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜੇਕਰ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਅਨੁਮਤੀ ਦਿੰਦਾ ਹੈ, ਉਹ ਦਿੰਦਾ ਹੈ ਸ਼ੈਤਾਨ ਨੂੰ। ਜਿਹੜਾ ਇਨਸਾਨ ਪਰਮੇਸ਼ਰ ਤੋਂ ਦੂਰ ਹੋ ਜਾਂਦਾ ਹੈ, ਕਹਿੰਦਾ ਜਿਹੜਾ ਸਮਝ ਦੇ ਰਾਹ ਤੋਂ ਭਟਕ ਜਾਂਦਾ ਹੈ, ਬਾਣੀ ਦੱਸਦੀ ਆ ਜਿਹੜਾ ਇਨਸਾਨ ਸਮਝ ਦੇ ਰਾਹ ਤੋਂ ਭਟਕ ਜਾਂਦਾ ਹੈ ਉਹਦਾ ਵਾਸਾ ਕਿਹਨਾਂ ਵਿੱਚ ਹੋ ਜਾਂਦਾ ਹੈ? ਭੂਤਨਿਆਂ ਵਿੱਚ। ਕਿਹਨਾਂ ਵਿੱਚ ਹੋ ਜਾਂਦਾ ਹੈ? ਭੂਤਨਿਆਂ ਵਿੱਚ। ਬਹੁ ਵਚਨ ਦਾ ਜ਼ਿਕਰ ਆਇਆ ਹੈ, ਬਹੁ ਵਚਨ ਦਾ ਜ਼ਿਕਰ ਆਇਆ ਹੈ। ਇੱਕ ਭੂਤ ਦੀ ਗੱਲ ਨਹੀਂ ਕੀਤੀ, ਕਹਿੰਦਾ ਉਹਦੇ ਅੰਦਰ ਅਨੇਕ ਪ੍ਰਕਾਰ ਦੇ ਕੀ ਵਸਣ ਲੱਗ ਪੈਂਦੇ ਆ। ਕੀ ਵਸਣ ਲੱਗ ਪੈਂਦੇ ਆ? ਸਭ ਮਿਲ ਕੇ ਬੋਲਿਆ ਕਰੀਏ, ਕੀ ਵਸਣ ਲੱਗ ਪੈਂਦੇ ਆ? ਜਿਹੜਾ ਇਨਸਾਨ ਭੈਣ ਮੇਰੀਏ, ਜਿਹੜਾ ਇਨਸਾਨ, ਜਿਹੜੀ ਭੈਣ ਸਮਝ ਦੇ ਰਾਹ ਤੋਂ ਭਟਕ ਜਾਂਦੀ ਹੈ, ਜਿਹੜੀ ਭੈਣ ਸਮਝ ਦੇ ਰਾਹ ਤੋਂ ਭਟਕ ਜਾਂਦੀ ਆ, ਸਮਝ ਦੇ ਰਾਹ ਤੋਂ ਭਟਕ ਜਾਂਦਾ ਹੈ, ਉਹਦਾ ਵਾਸਾ ਭੂਤਾਂ ਦੇ ਵਿੱਚ ਹੁੰਦਾ ਹੈ। ਉਹਦੀ ਜ਼ਿੰਦਗੀ ਵਿੱਚ ਐਂਟਰ ਜੇਕਰ ਕਰਦੇ ਆ, ਭੂਤ ਕਰਦੇ ਆ। ਭੂਤ ਕਦੀ ਵੀ, ਦੁਸ਼ਟ ਆਤਮਾ ਕਦੀ ਵੀ ਇਨਸਾਨ ਦੇ ਅੰਦਰ ਨਹੀਂ ਆਉਂਦਾ। ਮਾਫ ਕਰਿਓ, ਦੁਸ਼ਟ ਆਤਮਾ ਜੇਕਰ ਆਉਂਦਾ ਹੈ, ਇਨਸਾਨ ਆਪ ਉਹਨੂੰ ਆਗਿਆ ਦਿੰਦਾ ਹੈ, ਅਨੁਮਤੀ ਦਿੰਦਾ ਹੈ, ਆ ਮੇਰੀ ਜ਼ਿੰਦਗੀ ਵਿੱਚ ਮੇਰੀ ਜ਼ਿੰਦਗੀ ਨੂੰ ਨਾਸ਼ ਕਰਕੇ ਰੱਖ ਦੇ, ਮੇਰੀ ਜ਼ਿੰਦਗੀ ਨੂੰ ਨਾਸ਼ ਕਰਕੇ ਰੱਖ ਦੇ। ਜਦੋਂ ਇਨਸਾਨ ਸਮਝ ਦੇ ਰਾਹ ਤੋਂ ਭਟਕ ਜਾਂਦਾ ਹੈ ਉਹਦਾ ਵਾਸਾ ਭੂਤਨਿਆਂ ਵਿੱਚ ਹੁੰਦਾ ਹੈ, ਭੂਤਾਂ ਵਿੱਚ ਹੁੰਦਾ ਹੈ। ਜੇਕਰ ਇਨਸਾਨ ਪਰਮੇਸ਼ਰ ਤੋਂ ਦੂਰ ਹੋ ਜਾਂਦਾ ਹੈ ਉਹਦੀ ਜ਼ਿੰਦਗੀ ਵਿੱਚ ਕੌਣ ਆ ਜਾਂਦੇ ਹਨ? ਕੌਣ ਆ ਜਾਂਦੇ ਹਨ? ਆਪ ਦਿੰਦਾ ਹੈ ਅਨੁਮਤੀ। ਦੁਸ਼ਟ ਆਤਮਾ ਆਪਣੇ ਆਪ ਨਹੀਂ ਆਉਂਦਾ। ਮਾਫ ਕਰਿਓ, ਜਿਹੜੇ ਲੋਕ ਤੋਬਾ ਕਰ ਲੈਂਦੇ ਆ ਉਹਨਾਂ ਦੀ ਗੱਲ ਕਰਦਾ, ਜਿਹੜੇ ਲੋਕ ਬਪਤਿਸਮਾ ਲੈ ਲੈਂਦੇ ਆ, ਜਿਹੜੇ ਗਿਆਨ ਨੂੰ ਗ੍ਰਹਿਣ ਕਰ ਲੈਂਦੇ ਆ, ਉਹਨਾਂ ਵਿੱਚ ਦੁਸ਼ਟ ਆਤਮਾ ਆ ਨਹੀਂ ਸਕਦਾ। ਉਹ ਆਪ ਦੁਸ਼ਟ ਆਤਮਾ ਨੂੰ ਆਪਣੇ ਜੀਵਨ ਵਿੱਚ ਆਉਣ ਦੀ ਅਨੁਮਤੀ ਆਗਿਆ ਦਿੰਦੇ ਆ। ਆ ਮੇਰੇ ਜੀਵਨ ਵਿੱਚ ਆ, ਔਰ ਅਸੀਂ ਬੁਰੇ ਕੰਮ ਕੀ ਕਰੀਏ? ਰਲ ਕੇ ਕਰੀਏ। ਪ੍ਰਭੂ ਯਿਸੂ ਮਸੀਹ ਦੀ ਬਾਣੀ ਸਾਨੂੰ ਇਹ ਸਮਝਾਉਣਾ ਕਰਦੀ ਆ, ਕਹਿੰਦਾ ਜਿਹੜਾ ਇਨਸਾਨ ਸਮਝ ਦੇ ਰਾਹ ਤੋਂ ਭਟਕ ਜਾਂਦਾ ਹੈ ਨਾ, ਜਿਹੜਾ ਇਨਸਾਨ ਪ੍ਰਭੂ ਤੋਂ ਦੂਰ ਹੋ ਜਾਂਦਾ ਹੈ, ਉਹਦੀ ਜ਼ਿੰਦਗੀ ਵਿੱਚ ਭੂਤ ਆਉਣੇ ਚਾਲੂ ਹੋ ਜਾਂਦੇ। ਇੱਕ ਭੂਤ ਦੀ ਗੱਲ ਨਹੀਂ ਕੀਤੀ। ਬੜੇ ਧਿਆਨ ਦੇ ਕੇ ਬਾਣੀ ਨੂੰ ਸੁਣਦੇ ਆ। ਬਾਣੀ ਕੀ ਸਮਝਾਉਣਾ ਕਰਦੀ ਆ? ਕਿਸ ਤਰ੍ਹਾਂ ਸਾਡੀ ਜ਼ਿੰਦਗੀ ਵਿੱਚ ਭੂਤ ਆਉਂਦੇ ਆ, ਦੁਸ਼ਟ ਆਤਮਾ ਐਂਟਰ ਹੁੰਦੀਆਂ ਨੇ। ਮੱਤੀ ਦੀ ਅੰਜੀਲ 12 ਅਧਿਆਏ ਉਹਦੀ 43, 44 ਤੇ 45 ਆਇਤ ਵਿੱਚ ਪੜ੍ਹ ਕੇ ਵੇਖਦੇ ਬਾਣੀ ਸਾਨੂੰ ਕੀ ਸਮਝਾਉਣਾ ਕਰਦੀ। ਬੜੇ ਧਿਆਨ ਦੇ ਕੇ ਸੁਣਦੇ ਆ।
ਆਪਣੀ ਜ਼ਿੰਦਗੀ ਵਿੱਚ ਜੇਕਰ ਕਿਸੇ ਦੁਸ਼ਟ ਆਤਮਾ ਨੂੰ ਅਨੁਮਤੀ ਦਿੰਦੇ ਆ, ਉਹ ਆਪਣੀ ਮਰਜ਼ੀ ਨਾਲ ਦਿੰਦੇ ਆ, ਆਪਣੀ ਮਰਜ਼ੀ ਨਾਲ ਦਿੰਦੇ ਆ। ਬਾਣੀ ਨੇ ਸਪਸ਼ਟ ਕਰ ਦਿੱਤਾ ਹੈ, ਜਦ ਅਸੀਂ ਕਹਾਵਤਾਂ ਉਸ ਦਾ 5 ਅਧਿਆਏ 21 ਆਇਤ ਪੜ੍ਹ ਕੇ ਵੇਖਦੇ ਆ, ਬਾਣੀ ਸਮਝਾਉਣਾ ਕਰਦੀ ਆ ਇਨਸਾਨ ਦੀਆਂ ਬਦੀਆਂ ਉਹ ਬੰਧਨਾਂ ਵਿੱਚ, ਉਹ ਉਸੇ ਬੰਧਨਾਂ ਵਿੱਚ ਫਸ ਜਾਂਦਾ ਹੈ। ਇਨਸਾਨ ਆਪਣੀਆਂ ਬਦੀਆਂ ਦੇ ਬੰਧਨ ਵਿੱਚ ਕੀ ਹੋ ਜਾਂਦਾ ਹੈ? ਫਸ ਜਾਂਦਾ। ਆਪੇ ਫਸਦਾ, ਕੋਈ ਕਿਸੇ ਨੂੰ ਫਸਾਉਂਦਾ ਕੋਈ ਨਹੀਂ, ਕਿਸੇ ਨੂੰ ਫਸਾਉਂਦਾ। ਬਾਣੀ ਨੇ ਸਪਸ਼ਟ ਕਰਕੇ ਦੱਸ ਦਿੱਤਾ ਹੈ, ਇਨਸਾਨ ਆਪਣੀਆਂ ਬਦੀਆਂ ਦੇ ਕਾਰਨ ਆਪਣੇ ਹੀ ਜਾਲ ਵਿੱਚ ਫਸ ਜਾਂਦਾ ਹੈ। ਹੋਸ਼ਿਆ ਦੀ ਪੁਸਤਕ ਉਹਦਾ 14 ਅਧਿਆਇ ਬਿਆਨ ਕਰਦੀ ਆ, ਕਹਿੰਦਾ ਤੇਰੀਆਂ ਬਦੀਆਂ ਤੇਰੇ ਲਈ ਕੀ ਬਣ ਗਈਆਂ? ਹਾਂਜੀ ਸਾਹ ਮਿਲ ਕੇ ਬੋਲਿਆ ਕਰੀ, ਆਟਾ ਬੜੀਆਂ ਯਾਦ ਹੈ। ਤੇਰੀਆਂ ਬਦੀਆਂ ਤੇਰੇ ਲਈ ਕੀ ਬਣ ਗਈਆਂ? ਤੇਰੀਆਂ ਬਦੀਆਂ ਤੇਰੇ ਲਈ ਕੀ ਬਣ ਗਈਆਂ? ਠੋਕਰ ਦਾ ਕਾਰਨ ਬਣ ਗਈਆਂ। ਕਹਿੰਦਾ ਤੇਰੀਆਂ ਹੀ ਬਦੀਆਂ, ਕਹਿੰਦਾ ਤੈਨੂੰ ਕਿਹਾ ਸੀ ਤੂੰ ਤੋਬਾ ਕਰ, ਤੂੰ ਤੋਬਾ ਕੀਤੀ ਤਾਂ ਹੈ, ਤੂੰ ਬਪਤਿਸਮਾ ਲਿਆ ਤਾਂ ਹੈ, ਪਰ ਆਪਣੀ ਜ਼ਿੰਦਗੀ ਵਿੱਚ ਤੂੰ ਫੇਰ ਆਗਿਆ ਦਿੱਤੀ ਆ ਭੂਤ ਨੂੰ, ਆ ਮੇਰੇ ਨਾਲ ਵਾਸ ਕਰ। ਅਸੀਂ ਘਰ ਨੂੰ ਕੀ ਕਰ ਦਈਏ? ਬਰਬਾਦ। ਪ੍ਰਭੂ ਦੀ ਬਾਣੀ ਦੱਸਦੀ ਆ ਉਹ ਬਰਬਾਦੀ ਦੇ ਨੇੜੇ ਤੇੜੇ ਵਸਦਾ ਹੈ। ਬਾਣੀ ਸਪਸ਼ਟ ਕਰ ਦਿੱਤਾ ਹੈ, ਬੜੇ ਧਿਆਨ ਦੇ ਕੇ ਬਾਣੀ ਨੂੰ ਸੁਣਦੇ ਆ। ਬਾਣੀ ਕੀ ਸਮਝਾਉਣਾ ਕਰਦੀ ਆ? ਮੱਤੀ ਦੀ ਅੰਜੀਲ 12 ਅਧਿਆਏ ਉਹਦੀ 43, 44 ਤੇ 45 ਆਇਤ ਵਿੱਚ ਪੜ੍ਹ ਕੇ ਵੇਖਦੇ ਆ। ਪਰ ਜਦ ਭ੍ਰਿਸ਼ਟ ਆਤਮਾ ਮਨੁੱਖ ਤੋਂ ਨਿਕਲ ਗਿਆ ਹੋਵੇ, ਹਾਂ ਜੀ ਦੁਬਾਰਾ ਪੜ੍ਹਦੇ ਆ। ਪਰ ਜਦ ਭ੍ਰਿਸ਼ਟ ਆਤਮਾ ਮਨੁੱਖ ਤੋਂ ਨਿਕਲ ਗਿਆ ਹੋਵੇ, ਜਦ ਇਨਸਾਨ ਸਮਝਦੇ ਰਾਹ ਤੋਂ ਭਟਕ ਜਾਂਦਾ ਹੈ, ਉਹਦਾ ਵਾਸਾ ਭੂਤਾਂ ਦੇ ਵਿੱਚ ਹੁੰਦਾ ਹੈ। ਹੁਣ ਇਸ ਨੂੰ ਪੜ੍ਹਦੇ ਨੇ, ਬਾਣੀ ਕੀ ਸਮਝਾਉਣਾ ਕਰਦੀ? ਦੁਬਾਰਾ ਸੇ ਆਪ ਨੂੰ ਪੜ੍ਹਦੇ ਆ। ਪਰ ਜਦ ਭ੍ਰਿਸ਼ਟ ਆਤਮਾ ਮਨੁੱਖ ਤੋਂ ਨਿਕਲ ਗਿਆ ਹੋਵੇ, ਜਦ ਭ੍ਰਿਸ਼ਟ ਆਤਮਾ, ਜਦੋਂ ਦੁਸ਼ਟ ਆਤਮਾ ਇਨਸਾਨ ਦੇ ਵਿੱਚੋਂ ਨਿਕਲ ਗਿਆ ਹੋਵੇ, ਪ੍ਰਭੂ ਯਿਸੂ ਮਸੀਹ ਦੇ ਮੁਖ ਦੇ ਵਾਕ ਕੀ ਕਹਿ ਰਹੇ? ਬੜੇ ਧਿਆਨ ਦੇ ਕੇ ਸੁਣਦੇ ਆ। ਤਾਂ ਸੁੱਕੀਆਂ ਥਾਵਾਂ ਵਿੱਚ ਆਰਾਮ ਭਾਲਦਾ ਫਿਰਦਾ ਹੈ। ਤਾਂ ਸੁੱਕੀਆਂ ਥਾਵਾਂ ਵਿੱਚ ਕੀ ਭਾਲਦਾ ਫਿਰਦਾ ਹੈ? ਤਾਂ ਸੁੱਕੀਆਂ ਥਾਵਾਂ ਵਿੱਚ ਕੀ ਭਾਲਦਾ ਫਿਰਦਾ ਹੈ? ਕਹਿੰਦਾ ਜਦੋਂ ਇੱਕ ਇਨਸਾਨ ਦੇ ਵਿੱਚ ਦੁਸ਼ਟ ਆਤਮਾ ਨਿਕਲ ਜਾਵੇ, ਪ੍ਰਭੂ ਦੀ ਬਾਣੀ ਵਿੱਚ ਦੱਸਿਆ ਰਸੂਲਾਂ ਦੇ ਕਰਤੱਵ 3 ਅਧਿਆਇ 19 ਆਇਤ, ਇਸ ਲਈ ਤੋਬਾ ਕਰੋ, ਮੁੜੋ, ਤਾਂ ਜੋ ਤੁਹਾਡੇ ਪਾਪ ਕੀ ਹੋਣਗੇ? ਤੁਹਾਡੇ ਪਾਪ ਕੀ ਹੋਣਗੇ? ਤੂੰ ਮੁੜਿਆ ਤਾਂ ਹੈ, ਤੂੰ ਤੋਬਾ ਕੀਤੀ ਤਾਂ ਹੈ, ਪਰ ਤੂੰ ਫੇਰ ਕੀ ਹੋ ਗਿਆ? ਭੜਕ। ਸਮਝਦੇ ਰਾਹ ਤੋਂ ਕੀ ਹੋ ਗਿਆ ਆ? ਭੜਕ ਗਿਆ ਆ। ਸਮਝਦੇ ਰਾਹ ਤੋਂ ਭੜਕ ਗਿਆ ਆ। ਤੇਰਾ ਵਾਸਾ ਭੂਤਨਿਆਂ ਵਿੱਚ ਹੋਵੇਗਾ। ਕਹਿੰਦਾ ਤੂੰ ਸਮਝਦੇ ਰਾਹ ਤੋਂ ਦੂਰ ਹੋ ਗਿਆ ਆ, ਤੂੰ ਗਿਆਨ ਤੋਂ ਦੂਰ ਹੋ ਗਿਆ ਆ। ਕਹਿੰਦਾ ਜਿਸ ਤਰ੍ਹਾਂ ਪ੍ਰਭੂ ਦੀ ਬਾਣੀ ਦੱਸਦੀ ਆ, ਇੱਕ ਇਨਸਾਨ ਸੀ, ਉਹਦੇ ਵਿੱਚ ਕਹਿੰਦਾ ਦੁਸ਼ਟ ਆਤਮਾ ਸੀ, ਦੁਸ਼ਟ ਆਤਮਾ ਉਹਦੇ ਵਿੱਚੋਂ ਨਿਕਲ ਗਿਆ। ਕਹਿੰਦਾ ਜਦ ਉਹਨੇ ਤੋਬਾ ਕੀਤੀ, ਉਹਦੇ ਵਿੱਚੋਂ ਦੁਸ਼ਟ ਆਤਮਾ ਕੀ ਹੋ ਗਿਆ? ਨਿਕਲ ਗਿਆ। ਪਰ ਜਦੋਂ ਦੁਸ਼ਟ ਆਤਮਾ ਨਿਕਲਿਆ ਨਾ, ਦੁਸ਼ਟ ਆਤਮਾ ਵੇਖਦਾ ਹੈ, ਉਹ ਜਾਂਚ ਫਿਰ ਵੇਖਦਾ ਹੈ, ਉਹ ਵੇਖਦਾ ਹੈ ਇਹਦੇ ਜੀਵਨ ਵਿੱਚ ਮੈਂ ਐਂਟਰ ਨਹੀਂ ਹੋ ਸਕਦਾ, ਇਹਦੇ ਵਿੱਚੋਂ ਮੈਂ ਨਿਕਲ ਗਿਆ ਹਾਂ, ਮੈਂ ਇਹਦੇ ਅੰਦਰ ਕਿਤਨਾ ਜਾਵਾਂ? ਸੁੱਕੀਆਂ ਥਾਵਾਂ ਤੇ, ਜਿਹਨੂੰ ਅਸੀਂ ਰੇਗਿਸਤਾਨ ਕਹਿ ਦਿੰਦੇ ਆ, ਸੁੱਕੀਆਂ ਥਾਵਾਂ ਤੇ ਆਪਣੇ ਆਪ ਨੂੰ ਲੁਕਾਉਣ ਦੇ ਲਈ ਜਾਂਦਾ ਹੈ। ਉੱਥੇ ਲੱਭਦਾ ਹੈ ਦੁਸ਼ਟ ਆਤਮਾ, ਮੈਨੂੰ ਆਰਾਮ ਮਿਲੇ, ਮੈਨੂੰ ਸੁੱਖ ਮਿਲੇ, ਮੈਨੂੰ ਆਰਾਮ ਮਿਲੇ। ਪਰ ਦੁਸ਼ਟ ਆਤਮਾ ਨੂੰ ਆਰਾਮ ਮਿਲਦਾ ਨਹੀਂ, ਦੁਸ਼ਟ ਆਤਮਾ ਨੂੰ ਆਰਾਮ ਨਹੀਂ ਮਿਲ ਰਿਹਾ। ਬੜੇ ਧਿਆਨ ਦੇ ਕੇ ਸੁਣੀਏ, ਦੁਸ਼ਟ ਆਤਮਾ ਨੂੰ ਆਰਾਮ ਨਹੀਂ ਮਿਲ ਰਿਹਾ। ਪ੍ਰਭੂ ਯਿਸੂ ਮਸੀਹ ਦੱਸ ਰਿਹਾ ਫਰੀਸੀਆਂ ਨੂੰ ਸਮਝਾ ਰਿਹਾ ਹੈ, ਗ੍ਰੰਥੀਆਂ ਨੂੰ ਸਮਝਾ ਰਿਹਾ ਹੈ, ਔਰ ਕਹਿ ਰਿਹਾ ਹੈ ਇੱਕ ਇਨਸਾਨ ਦੇ ਵਿੱਚੋਂ ਜਦ ਦੁਸ਼ਟ ਆਤਮਾ ਨਿਕਲ ਜਾਂਦਾ ਹੈ, ਦੁਸ਼ਟ ਆਤਮਾ ਇਹ ਭਾਲਦਾ ਹੈ, ਆਰਾਮ ਵੇਖਦਾ ਹੈ। ਮੈਂ ਆਰਾਮ ਵੇਖਾਂ, ਆਰਾਮ ਮੈਨੂੰ ਮਿਲਦਾ? ਕਹਿੰਦਾ ਮੈਨੂੰ ਆਰਾਮ ਨਹੀਂ ਕਿਤੇ ਮਿਲ ਰਿਹਾ। ਕਹਿੰਦਾ ਉਹਦੇ ਵਿੱਚੋਂ ਜਿਹੜੇ ਚੋਂ ਨਿਕਲਿਆ ਸਨਾ, ਉਹਦੀ ਜ਼ਿੰਦਗੀ ਵਿੱਚ ਮੈਨੂੰ ਰਮਾਨ ਸੀ, ਆਰਾਮ ਸੀ, ਉਹ ਵੀ ਵਿਚਾਰ ਕਰਦਾ ਸੀ, ਮੈਨੂੰ ਸੰਤੁਸ਼ਟੀ ਮਿਲਦੀ ਸੀ, ਉਹ ਨਸ਼ਾ ਕਰਦਾ ਸੀ, ਮੈਨੂੰ ਸੰਤੁਸ਼ਟੀ ਮਿਲਦੀ ਸੀ, ਮੈਨੂੰ ਆਰਾਮ ਮਿਲਦਾ ਸੀ, ਉਹ ਅਣਆਗਿਆਕਾਰੀ ਕਰਦਾ ਸੀ, ਮੈਨੂੰ ਆਰਾਮ ਮਿਲਦਾ ਸੀ। ਹੁਣ ਮੈਂ ਕਿੱਥੇ ਜਾਵਾਂ? ਕਹਿੰਦਾ ਮੈਂ ਕਿੱਥੇ ਚਲਿਆ ਜਾਵਾਂ? ਉਹ ਫੇਰ ਕੀ ਭਾਲਦਾ ਹੈ? ਕਹਿੰਦਾ ਇੱਕ ਇਨਸਾਨ ਦੇ ਵਿੱਚੋਂ ਇੱਕ ਦੁਸ਼ਟ ਆਤਮਾ ਨਿਕਲਦਾ ਗਿਆ, ਪਰ ਦੁਸ਼ਟ ਆਤਮਾ ਸੋਚਦਾ ਹੈ ਮੈਂ ਹੁਣ ਕਿੱਥੇ ਜਾਵਾਂ ਜਿੱਥੋਂ ਮੈਨੂੰ ਰਮਾਨ ਮਿਲੇਗਾ, ਜਿੱਥੋਂ ਮੇਰੀ ਜ਼ਿੰਦਗੀ ਨੂੰ, ਉਹ ਆਪਣੀ ਜ਼ਿੰਦਗੀ ਬਾਰੇ ਸੋਚਦਾ ਹੈ, ਜਿੱਥੋਂ ਮੈਨੂੰ ਆਰਾਮ ਮਿਲੇਗਾ, ਮੈਨੂੰ ਸ਼ਾਂਤੀ ਮਿਲੇਗੀ, ਜਿੱਥੇ ਮੈਨੂੰ ਇੰਜੋਏ ਮਿਲੇਗਾ।
ਕਹਿੰਦਾ ਉੱਥੇ ਜਾਣਾ ਆ ਜਿੱਥੋਂ ਕੀ ਹੋਇਆ ਸਾਂ ਪਹਿਲੋਂ। ਕਹਿੰਦਾ ਉੱਥੇ ਜਾਣਾ ਜਿੱਥੋਂ ਪਹਿਲੋਂ ਨਿਕਲਿਆ ਸਾਂ। ਪ੍ਰਭੂ ਦੀ ਬਾਣੀ ਕੀ ਸਮਝਾਉਣਾ ਕਰਦੀ, ਬੜੇ ਧਿਆਨ ਦੇ ਕੇ ਸੁਣਦੇ ਆ। ਪਹਿਲਾਂ ਦੁਬਾਰਾ ਇਸੇ ਆਪ ਨੂੰ ਪੜ੍ਹਦੇ ਆ। ਪਰ ਜਾਂ ਭ੍ਰਿਸ਼ਟ ਆਤਮਾ ਮਨੁੱਖ ਤੋਂ ਨਿਕਲ ਗਿਆ ਹੋਵੇ, ਜਾਂ ਭ੍ਰਿਸ਼ਟ ਆਤਮਾ ਮਨੁੱਖ ਦੇ ਵਿੱਚੋਂ ਨਿਕਲ ਜਾਂਦਾ ਹੈ ਜਦੋਂ ਇਨਸਾਨ ਤੌਬਾ ਕਰਨ ਦਾ ਬਪਤਿਸਮਾ ਲੈਂਦਾ ਹੈ, ਉਹਦੀ ਜ਼ਿੰਦਗੀ ਦੇ ਵਿੱਚੋਂ ਦੁਸ਼ਟ ਆਤਮਾ ਨਿਕਲ ਜਾਂਦਾ ਹੈ। ਤਾਂ ਸੁੱਕੇ ਥਾਵਾਂ ਵਿੱਚ ਆਰਾਮ ਤਾਂ ਉਹ ਦੁਸ਼ਟ ਆਤਮਾ ਨੂੰ ਕੋਈ ਇਹੋ ਜਿਹੀ ਚੀਜ਼ ਨਹੀਂ ਲੱਭਦੀ ਜਿੱਥੇ ਉਹਨੂੰ ਆਰਾਮ ਮਿਲ ਸਕੇ, ਪਰ ਨਹੀਂ ਲੱਗਦਾ। ਪਰ ਉਸ ਦੁਸ਼ਟ ਆਤਮਾ ਨੂੰ ਆਰਾਮ ਨਹੀਂ ਮਿਲਦਾ। ਤਾਂ ਉਹ ਆਉਂਦਾ ਹੈ ਆਦ ਉਹ ਇਹ ਗੱਲ ਆਪਣੇ ਮਨ ਅੰਦਰ ਸੋਚਦਾ ਹੈ ਕਿ ਮੈਂ ਆਪਣੇ ਘਰ ਜਿੱਥੋਂ ਨਿਕਲਿਆ ਸਾਂ, ਉਹ ਕੀ ਬਣਾ ਬੈਠਾ ਇਨਸਾਨ ਦੇ ਅੰਦਰ, ਉਹ ਕੀ ਬਣਾ ਬੈਠਾ ਹੈ, ਕੀ ਬਣਾ ਬੈਠਾ ਹੈ, ਕੀ ਬਣਾ ਬੈਠਾ ਭੈਣ ਮੇਰੀਏ, ਘਰ ਬਣਾ ਬੈਠਾ ਹੈ। ਇਨਸਾਨ ਦੇ ਇਸ ਸਰੀਰ ਨੂੰ ਦੁਸ਼ਟ ਆਤਮਾ ਕੀ ਬਣਾ ਕੇ ਬੈਠਾ ਹੈ, ਘਰ ਬਣਾ ਕੇ ਬੈਠਾ ਹੈ। ਉਹ ਕਹਿੰਦਾ ਮੇਰਾ ਘਰ ਆ। ਪ੍ਰਭੂ ਦੀ ਬਾਣੀ ਦੱਸਦੀ ਆ ਅਫਸੀਆਂ 6 ਅਧਿਆਏ 11 ਤੇ 12 ਐਤ ਦੱਸਦੀ ਆ। ਕਹਿੰਦਾ ਪ੍ਰਭੂ ਦੀ ਬਾਣੀ ਕਹਿ ਰਹੀ ਆ, ਕਹਿੰਦਾ ਸਾਰੇ ਹੀ ਹਥਿਆਰ ਜਿਹੜੇ ਬੰਨ ਲਓ। ਜੇਕਰ ਤੁਸੀਂ ਸ਼ੈਤਾਨ ਦੇ ਸ਼ਾਸਤਰਾਂ ਦੇ ਸਾਹਮਣੇ ਖਲੋਣਾ ਹੈ, ਕਹਿੰਦਾ ਸਾਡੀ ਲੜਾਈ ਕੋਈ ਲਹੂ ਮਾਸ ਦੇ ਨਾਲ ਨਹੀਂ ਆ, ਸਾਡੀ ਲੜਾਈ ਅੰਧਕੋਰ ਦੇ ਮਹਾਰਾਜਾ ਦੁਸ਼ਟ ਆਤਮਾ ਦੇ ਨਾਲ ਹੈ, ਜਿਹੜੇ ਕਿੱਥੇ ਰਹਿੰਦੇ ਆ, ਸੁਰਗੀ ਥਾਵਾਂ ਵਿੱਚ। ਕਹਿੰਦਾ ਜਿਹੜੇ ਅੰਦਰ ਰਹਿੰਦੇ ਆ ਨਾ, ਇਹਦੇ ਨਾਲ ਸੰਤ ਬਰੂਸ ਕਹਿੰਦਾ ਸਾਡੀ ਕੀ ਆ, ਕਹਿੰਦਾ ਇਹਦੇ ਜਿਹੜੇ ਅੰਦਰ ਰਹਿ ਰਹੇ ਨਾ, ਅਣਆਗਿਆਕਾਰੀ ਵਾਲਾ ਜਿਹੜਾ ਅੰਦਰ ਰਹਿ ਰਿਹਾ, ਕਹਿੰਦਾ ਸਾਡੀ ਲੜਾਈ ਇਹਦੇ ਨਾਲ ਹੈ। ਵਿਚਾਰ ਜਿਹੜਾ ਕਰ ਰਿਹਾ ਹੈ, ਸਾਡੀ ਲੜਾਈ ਇਹਦੇ ਨਾਲ ਹੈ। ਕਹਿੰਦਾ ਸਾਡੀ ਲੜਾਈ ਇਹਦੇ ਨਾਲ ਹੈ, ਅੰਧਕੋਰ ਦੇ ਮਹਾਰਾਜਿਆਂ ਦੇ ਨਾਲ ਹੈ, ਇਹਨਾਂ ਦੁਸ਼ਟ ਆਤਮਾਵਾਂ ਦੇ ਨਾਲ ਹੈ ਜਿਹੜੇ ਸੁਰਗੀ ਥਾਵਾਂ ਵਿੱਚ ਰਹਿੰਦੇ ਆ। ਕਹਿੰਦੇ ਜਿਹੜੇ ਅੰਦਰ ਤੇਰੇ ਰਹਿ ਰਹੇ ਆ, ਕਹਿੰਦਾ ਇਹਦੇ ਨਾਲ ਸਾਡੀ ਲੜਾਈ ਆ। ਅਜੀਜੋ ਭੈਣੋ ਤੇ ਭਰਾਓ, ਅੱਜ ਵੇਖੀਏ ਜਦ ਇੱਕ ਇਨਸਾਨ ਦੇ ਵਿੱਚੋਂ ਦੁਸ਼ਟ ਆਤਮਾ ਨਿਕਲ ਜਾਂਦਾ ਹੈ, ਜਦੋਂ ਤੌਬਾ ਕਰਦਾ ਹੈ, ਉਹਦੀ ਜ਼ਿੰਦਗੀ ਵਿੱਚ ਦੁਬਾਰਾ ਦੁਸ਼ਟ ਆਤਮਾ ਨਹੀਂ ਆ ਸਕਦਾ, ਦੁਬਾਰਾ ਨਹੀਂ ਆ ਸਕਦਾ ਜਦ ਤੱਕ ਉਹ ਦੁਸ਼ਟ ਆਤਮਾ ਨੂੰ ਅਨੁਮਤੀ ਆਗਿਆ ਨਾ ਦੇਵੇ। ਦੁਸ਼ਟ ਆਤਮਾ ਦੇ ਜੀਵਨ ਵਿੱਚ ਨਹੀਂ ਆ ਸਕਦਾ। ਆਵੇਗਾ ਉਦੋਂ ਆਵੇਗਾ ਜਦੋਂ ਕਹੇਗਾ ਆ ਜਾ ਹੁਣ ਮੇਰੇ ਅੰਦਰ ਪ੍ਰਵੇਸ਼ ਹੋ ਜਾ, ਉਦੋਂ ਉਹਦੇ ਅੰਦਰ ਦੁਸ਼ਟ ਆਤਮਾ ਹੋਵੇਗਾ। ਉਹਨਾਂ ਤੱਕ ਦੁਸ਼ਟ ਆਤਮਾ ਆ ਸਕਦਾ। ਬਾਣੀ ਨੇ ਸਪਸ਼ਟ ਕਰਕੇ ਦੱਸਿਆ ਹੈ। ਬਾਣੀ ਕੀ ਸਮਝਣਾ ਕਰਦੀ, ਦੁਬਾਰਾ ਸੇ ਆਪ ਨੂੰ ਪੜ੍ਹਨੇ ਆ। ਤਦ ਉਹ ਆਖਦਾ ਹੈ ਤਦ ਉਹ ਆਖਦਾ ਹੈ ਕਿ ਮੈਂ ਆਪਣੇ ਘਰ ਜਿੱਥੋਂ ਨਿਕਲਿਆ ਸਾਂ, ਤਦ ਦੁਸ਼ਟ ਆਤਮਾ ਆਖਦਾ ਹੈ ਮੈਂ ਉੱਥੇ ਚਲਿਆ ਜਾਵਾਂ ਜਿੱਥੋਂ ਕੀ ਹੋਇਆ ਸਾਂ। ਹਾਂਜੀ ਸਭ ਮਿਲ ਕੇ ਬੋਲੀਏ, ਜਿੱਥੋਂ ਕੀ ਹੋਇਆ ਸਾਂ, ਜਿੱਥੋਂ ਕੀ ਹੋਇਆ ਸਾਂ। ਕਹਿੰਦਾ ਮੈਂ ਉੱਥੇ ਹੀ ਜਾਣਾ ਚਾਹੁੰਦਾ ਜਿੱਥੋਂ ਕੀ ਹੋਇਆ ਸਾਂ। ਕਹਿੰਦਾ ਉੱਥੇ ਹੀ ਜਾਊਂਗਾ ਜਿੱਥੋਂ ਨਿਕਲਿਆ ਸਾਂ। ਉੱਥੇ ਕਿਦੋਂ ਹੁੰਦਾ ਹੈ, ਜਦੋਂ ਭੈਣ ਨੂੰ ਆਖਿਆ ਜਾਂਦਾ ਭੈਣ ਮੇਰੀ ਪ੍ਰਾਰਥਨਾ ਕਰ, ਨਹੀਂ ਕਰਦੀ, ਅਣਆਗਿਆਕਾਰੀ ਕਰਦੀ ਆ, ਉਦੋਂ ਸਮਝ ਲਵੇ ਮੇਰੇ ਅੰਦਰ ਕਾਹਦਾ ਵਾਸਾ ਹੋ ਗਿਆ ਹੈ। ਸਮਝਦੇ ਰਾਤ ਹੋ ਗਈ, ਹੋ ਗਈ ਆ। ਜਦੋਂ ਵੀਰ ਨੂੰ ਆਖਿਆ ਜਾਵੇ ਤੂੰ ਆਪਣੀ ਬੁਰਾਈ ਨੂੰ ਛੱਡ ਦੇ, ਜੇਕਰ ਅਣਆਗਿਆਕਾਰੀ ਕਰਦਾ ਹੈ, ਉਹ ਆਪਣੇ ਜੀਵਨ ਵਿੱਚ ਵੇਖ ਲਵੇ ਮੇਰੀ ਜ਼ਿੰਦਗੀ ਦੇ ਵਿੱਚ ਵਾਸਾ ਕਾਹਦਾ ਹੋ ਗਿਆ ਹੈ, ਕਾਹਦਾ ਵਾਸਾ ਹੋ ਗਿਆ ਹੈ, ਭੂਤਨਿਆਂ ਦਾ, ਭੂਤਾਂ ਦਾ ਵਾਸਾ ਦੀ ਜ਼ਿੰਦਗੀ ਵਿੱਚ ਹੋ ਗਿਆ ਹੈ। ਉਹਨੇ ਆਪ ਅਨੁਮਤੀ ਆਗਿਆ ਦਿੱਤੀ ਆ ਜਾ ਮੇਰੇ ਜੀਵਨ ਵਿੱਚ, ਆ ਮੇਰੇ ਜੀਵਨ ਵਿੱਚ। ਆਪਣੇ ਆਪ ਨਹੀਂ ਆਉਂਦਾ। ਪ੍ਰਭੂ ਯਿਸੂ ਮਸੀਹ ਨੇ ਸਪਸ਼ਟ ਕਰ ਦਿੱਤਾ ਹੈ। ਬੜੇ ਧਿਆਨ ਦੇ ਕੇ 43 ਆਇਤ ਦੁਬਾਰਾ ਪੜ੍ਹਦੇ ਆ। ਤਦ ਉਹ ਆਖਦਾ ਹੈ ਤਦ ਉਹ ਆਖਦਾ ਹੈ ਕਿ ਮੈਂ ਆਪਣੇ ਘਰ ਜਿੱਥੋਂ ਨਿਕਲਿਆ ਸਾਂ, ਤਦ ਦੁਸ਼ਟ ਆਤਮਾ ਇਹ ਗੱਲ ਆਖਦਾ, ਜਿਸ ਘਰ ਵਿੱਚੋਂ ਜਿਹੜੇ ਸਰੀਰ ਵਿੱਚੋਂ ਮੈਂ ਨਿਕਲਿਆ ਸਾਂ, ਇਹ ਘਰ ਸਰੀਰ, ਇਹ ਜਿਹੜਾ ਸਰੀਰ ਹੈ ਘਰ ਹੈ। ਦੁਬਾਰਾ ਸੇ ਆਪ ਨੂੰ ਪੜ੍ਹਦੇ ਆ। ਮੁੜ ਜਾਵਾਂਗਾ ਜਿਸ ਘਰ ਵਿੱਚੋਂ, ਕਹਿੰਦਾ ਜਿਸ ਸਰੀਰ ਵਿੱਚੋਂ ਮੈਂ ਨਿਕਲਿਆ ਸਾਂ, ਮੁੜ ਕੇ ਫੇਰ ਉਸੇ ਵਿੱਚ ਹੀ ਆ। ਕਹਿੰਦਾ ਜਿਹੜੇ ਸਰੀਰ ਚੋਂ, ਜਿਹੜਾ ਘਰ ਚੋਂ ਮੈਂ ਨਿਕਲਿਆ ਸਾਂ, ਮੁੜ ਕੇ ਉੱਥੇ ਹੀ ਆ। ਜਿਹੜਾ ਇਨਸਾਨ ਅੱਜ ਵੀ ਅਣਆਗਿਆਕਾਰੀ ਕਰਦਾ ਹੈ, ਉਹਦਾ ਵਾਸਾ ਭੂਤਾਂ ਦੇ ਵਿੱਚ ਹੈ। ਜਿਹਨੇ ਅੱਜ ਵੀ ਤੌਬਾ ਕਰਕੇ ਬਪਤਿਸਮਾ ਲੈ ਕੇ ਅੱਜ ਵੀ ਨਸ਼ੇ ਕਰਦਾ ਹੈ, ਨਸ਼ੇ ਵੇਚਦਾ ਹੈ, ਉਹਦਾ ਵਾਸਾ ਕਿਹਨਾਂ ਵਿੱਚ ਹੈ, ਉਹਦਾ ਵਾਸਾ ਕਿਹਨਾਂ ਵਿੱਚ ਹੈ, ਅਣਆਗਿਆਕਾਰੀ ਕਰਦਾ, ਉਹਦਾ ਵਾਸਾ ਕਿਹਨਾਂ ਵਿੱਚ ਹੈ, ਵਿਚਾਰ ਕਰਦਾ ਹੈ, ਉਹਦਾ ਵਾਸਾ ਕਿਹਨਾਂ ਵਿੱਚ ਹੈ, ਭੂਤਾਂ ਵਿੱਚ ਹੈ। ਉਹਦੇ ਅੰਦਰ ਭੂਤ ਆ ਨਹੀਂ ਸੀ ਸਕਦੇ, ਉਹਨੇ ਆਪ
ਦੁਬਾਰਾ ਅਸੀਂ ਆਪ ਨੂੰ ਪੜ੍ਹਦੇ ਆ ਤਦ ਉਹ ਆਖਦਾ ਹੈ ਤਦੋਂ ਉਹ ਆਖਦਾ ਮਨ ਵਿੱਚ ਦੁਸ਼ਟ ਆਤਮਾ ਇਹ ਗੱਲ ਆਖਦਾ ਜਦੋਂ ਕਿਸੇ ਦੇ ਘਰ ਵਿੱਚੋਂ ਇਹ ਸਰੀਰ ਵਿੱਚੋਂ ਚਲਿਆ ਜਾਂਦਾ ਹੈ ਕਿ ਮੈਂ ਆਪਣੇ ਘਰ ਦੇ ਤੋਂ ਨਿਕਲਿਆ ਸਾਂ ਕਹਿੰਦਾ ਮਨ ਵਿੱਚ ਇਹ ਸੋਚਦਾ ਜਿਹੜੇ ਸਰੀਰ ਵਿੱਚੋਂ ਮੈਂ ਨਿਕਲ ਗਿਆ ਸਾਂ ਮੁੜ ਜਾਵਾਂਗਾ ਉਸੇ ਸਰੀਰ ਵਿੱਚ ਮੁੜ ਕੇ ਫੇਰ ਵਾਪਸ ਆ ਜਾਵਾਂਗਾ ਤੇ ਆਣ ਕੇ ਉਹਨੂੰ ਵੇਲਾ ਤੇ ਝਾੜਿਆ ਸਵਾਰਿਆ ਆਪੇ ਦੇਖਦਾ ਉਹ ਹੈ ਵੇਖਦਾ ਵੇਲਾ ਵੀ ਵੇਖਦਾ ਤੇ ਝਾੜਿਆ ਸਵਾਰਿਆ ਵੀ ਵੇਖਦਾ ਹੈ ਭਗਤੀ ਵਿਖਾਵੇ ਦੀ ਆ ਝਾੜਿਆ ਸਵਾਰਿਆ ਵੇਖਦਾ ਹੈ ਭਗਤੀ ਵਿਖਾਵੇ ਦੀ ਆ ਕਹਿੰਦਾ ਝਾੜਿਆ ਸਵਾਰਿਆ ਵੇਖਦਾ ਹੈ ਝਾੜਿਆ ਸਵਾਰਿਆ ਵੇਖ ਕੇ ਤੇ ਫਿਰ ਉਸ ਦੇ ਅੰਦਰ ਹੀ ਵੜੇ ਹਾਂਜੀ ਕਹਿੰਦੇ ਨਾ ਭੈਣਾਂ ਨੇ ਕਿਤੇ ਝਾੜੂ ਲਾਇਆ ਹੋਵੇ ਤੇ ਕਿਤੇ ਪੋਚਾ ਲਾਇਆ ਹੋਵੇ ਤੇ ਛੇਤੀ ਕੀਤਿਆਂ ਚੱਪਲ ਪਾ ਕੇ ਅੰਦਰ ਆਉਣ ਦਿੰਦੀਆਂ ਅਸੀਂ ਝਾੜਿਆ ਸਵਾਰਿਆ ਹੈ ਬੜਾ ਸੋਹਣਾ ਬਣ ਕੇ ਅਸੀਂ ਵਿਖਾਉਂਦੇ ਆ ਬੜੇ ਵਧੀਆ ਵਸਤਰ ਪਾ ਕੇ ਅਸੀਂ ਵਿਖਾਉਂਦੇ ਆ ਪਰ ਸਾਡੀ ਜ਼ਿੰਦਗੀ ਦੇ ਦਰਵਾਜ਼ਾ ਕਹਦਾ ਹੈ ਵਿਖਾਵੇ ਦੀ ਭਗਤੀ ਬੜਾ ਆਪਾਂ ਖੁਸ਼ ਹੋ ਕੇ ਕਿਸੇ ਨੂੰ ਵਿਖਾਉਂਦੇ ਆ ਪਰ ਤੇਰਾ ਅੰਦਰ ਕੀ ਆ ਕਾਲਾ ਭੂਤਾਂ ਦਾ ਵਾਸਾ ਆ ਤੇਰੇ ਅੰਦਰ ਆ ਤੂੰ ਚਿਹਰੇ ਤੋਂ ਬੜਾ ਵਧੀਆ ਮੁਸਕਰਾਉਣਾ ਆ ਤੂੰ ਚਿਹਰੇ ਤੋਂ ਬਹੁਤ ਵਧੀਆ ਮੁਸਕਰਾਉਣੀ ਆ ਭੈਣ ਮੇਰੀਏ ਬਹੁਤ ਵਧੀਆ ਆਪਣੇ ਆਪ ਨੂੰ ਦਿਖਾਉਣੀ ਹੈ ਪਰ ਜਦ ਵੇਖਦਾ ਝਾੜਿਆ ਸਵਾਰਿਆ ਤੂੰ ਅਣਆਗਿਆਕਾਰੀ ਕੀਤੀ ਇਹਦੇ ਚੋਂ ਭੂਤ ਗਿਆ ਤੇ ਭੂਤ ਇੱਥੇ ਹੀ ਆ ਜਿੱਥੋਂ ਗਿਆ ਤੇ ਉੱਥੇ ਹੀ ਆ ਕਿਸ ਤਰ੍ਹਾਂ ਅਣਆਗਿਆਕਾਰੀ ਦੇ ਕਰਕੇ ਤੈਨੂੰ ਦੱਸਿਆ ਸੀ ਜਦੋਂ ਤੌਬਾ ਕੀਤੀ ਤੇਰੇ ਪਾਪ ਮਿਟਾਏ ਗਏ ਸੀ ਜਦੋਂ ਤੂੰ ਵੀ ਵਿਚਾਰ ਕਰਦਾ ਸੈਂ ਮੈਂ ਵਿਚਾਰ ਕਰਦੀ ਸੈਂ ਅਣਆਗਿਆਕਾਰੀ ਕਰਦੀ ਸੈਂ ਅਨੇਕ ਪਾਪ ਕਰਦੀ ਸੈਂ ਵੈਰ ਵਿਰੋਧ ਧੜੇਬਾਜ਼ੀ ਈਰਖਾ ਕਰਦਾ ਸੈਂ ਉਦੋਂ ਤੇਰੇ ਪਾਪ ਮਿਟਾਏ ਗਏ ਤੇਰੇ ਵਿੱਚੋਂ ਦੁਸ਼ਟ ਆਤਮਾ ਚਲਿਆ ਗਿਆ ਪਰ ਜਦੋਂ ਤੂੰ ਆਗਿਆ ਦਿੱਤੀ ਫੇਰ ਦੁਸ਼ਟ ਆਤਮਾ ਉੱਥੇ ਹੀ ਆ ਉੱਥੇ ਹੀ ਆ ਕਿਦੋਂ ਤੂੰ ਬੁਲਾਇਆ ਵੀਰ ਮੇਰਾ ਤੂੰ ਬੁਲਾਇਆ ਆਜਾ ਕੱਲਾ ਮੈਂ ਪੈਗ ਪੀ ਸਕਦਾ ਆਜਾ ਮੈਂ ਕੱਲੀ ਇਹ ਗੁਨਾਹ ਕਰ ਸਕਦੀ ਨਹੀਂ ਆਜਾ ਤੂੰ ਆਪ ਆਗਿਆ ਦਿੱਤੀ ਆ ਆਪ ਪ੍ਰਭੂ ਯਿਸੂ ਮਸੀਹ ਸਮਝਾਇਆ ਕਹਿੰਦਾ ਇੱਕ ਇਨਸਾਨ ਵਿੱਚੋਂ ਦੁਸ਼ਟ ਆਤਮਾ ਨਿਕਲਿਆ ਉਹ ਆਰਾਮ ਭਾਲਦਾ ਫਿਰਦਾ ਹੈ ਮੈਨੂੰ ਕਿਤੇ ਆਰਾਮ ਮਿਲ ਜਾਵੇ ਮੈਂ ਕਿਤੇ ਜਾਣਾ ਚਾਹੁੰਦਾ ਹਾਂ ਮੈਨੂੰ ਚੈਨ ਮਿਲ ਜਾਵੇ ਉਹਨੂੰ ਚੈਨ ਨਹੀਂ ਮਿਲਿਆ ਉਹ ਜਿਹੜੀ ਹੋਈ ਜ਼ਿੰਦਗੀ ਬਤੀਤ ਸਟਾਰਟ ਕਰਨਾ ਚਾਹੁੰਦਾ ਸੀ ਉਹਨੂੰ ਨਹੀਂ ਮਿਲੀ ਪਰ ਵੇਖਦਾ ਹੈ ਕਹਿੰਦਾ ਇਹਦੇ ਚ ਥੋੜੇ ਜਿਹੇ ਦੇਣਾ ਵੇਖਦਾ ਜੇ ਭਗਤੀ ਬੜੀ ਕੀਤੀ ਆ ਅੱਜ ਵੀ ਅਨੇਕ ਲੋਕ ਹੈਗੇ ਆ ਜਦੋਂ ਨਵੀਂ ਤੌਬਾ ਕਰਦੇ ਆ ਬਪਤਿਸਮਾ ਲੈਂਦੇ ਆ ਗਿਆਨ ਨੂੰ ਗ੍ਰਹਿਣ ਕਰਦੇ ਆ 4 ਦਿਨ ਤਾਂ ਬੜੀ ਪ੍ਰਾਰਥਨਾ ਕਰਨਗੇ 4 ਦਿਨ ਚਰਚ ਵਿੱਚ ਭੱਜੇ ਹੀ ਜਾਣਗੇ ਤੇ ਜਦੋਂ 6 ਮਹੀਨੇ ਹੋ ਜਾਣਗੇ ਨਾ ਫੇਰ ਨਹੀਂ ਪਤਾ ਲੱਗਦਾ ਐਤਵਾਰ ਕਿੱਦਣ ਆ ਹਾਂਜੀ ਸੰਤ ਪਿਆਰੋ ਫਿਰ ਪਤਾ ਹੀ ਨਹੀਂ ਲੱਗਦਾ ਆਗਿਆ ਕਿਹੜੀ ਸੀ ਫਿਰ ਪਤਾ ਹੀ ਨਹੀਂ ਲੱਗਦਾ ਮੈਨੂੰ ਕੀ ਦੱਸਿਆ ਸੀ ਬਾਣੀ ਨੇ ਉਹ ਭੁੱਲ ਜਾਂਦੇ ਆ ਥੋੜੇ ਕਿ ਦੇਣੀ ਆ ਤੇ ਕਹਿੰਦਾ ਝਾੜਿਆ ਸਵਾਰਿਆ ਵੇਖਦਾ ਆ ਕਹਿੰਦਾ ਫਿਰ ਵਿਖਾਵੇ ਵਾਲੀ ਭਗਤੀ ਨੂੰ ਵੇਖਦਾ ਆ ਦੁਬਾਰਾ ਉੱਥੇ ਫੇਰ ਪ੍ਰਵੇਸ਼ ਕਰ ਤਾਂ ਕਰਕੇ ਇਹਦੀ ਜ਼ਿੰਦਗੀ ਵਿੱਚ ਗੁਨਾਹ ਹੋਣੇ ਚਾਲੂ ਹੋ ਜਾਂਦੇ ਆ ਤਾਂ ਕਰਕੇ ਉਹ ਗੁਨਾਹ ਕਰਨੇ ਚਾਲੂ ਕਰ ਦਿੰਦਾ ਹੈ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਵਚਨ ਦੀ ਵਾੜ ਕੀਤੀ ਆ ਨਾ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਵਚਨ ਦੀ ਵਾੜ ਕੀਤੀ ਆ ਉਹਨਾਂ ਦੀ ਜ਼ਿੰਦਗੀ ਵਿੱਚ ਕਦੇ ਵੀ ਦੁਸ਼ਟ ਆਤਮਾ ਆ ਸਕਦਾ ਦਾਊਦ ਰਾਜਾ ਨੇ ਬਿਆਨ ਕੀਤਾ ਹੈ ਜਦ ਤੇਰਾ ਵਚਨ ਮੇਰੇ ਹਿਰਦੇ ਵਿੱਚ ਹੋਵੇਗਾ ਮੈਂ ਪਾਪ ਕਰਾਂਗਾ ਜਦੋਂ ਪਾਪ ਹੀ ਨਹੀਂ ਕਰਾਂਗਾ ਮੇਰੇ ਅੰਦਰ ਦੁਸ਼ਟ ਆਤਮਾ ਕਿਸ ਤਰ੍ਹਾਂ ਆ ਜਦ ਮੈਂ ਪਾਪ ਹੀ ਨਹੀਂ ਕਰਾਂਗਾ ਜਦ ਮੈਂ ਇਹੋ ਜਿਹਾ ਗੁਨਾਹ ਹੀ ਨਹੀਂ ਕਰਾਂਗਾ ਤੇ ਮੇਰੇ ਅੰਦਰ ਦੁਸ਼ਟ ਆਤਮਾ ਕਹਿੰਦੀ ਆਗਿਆ ਕਿਹਨੇ ਦਿੱਤੀ ਹੈ ਦੁਸ਼ਟ ਆਤਮਾ ਆਉਣ ਨੂੰ ਹਾਂਜੀ ਸਭ ਭੈਣਾਂ ਮੇਰੀਆਂ ਜਿਹੜੀਆਂ ਸੌ ਰਹੀਆਂ ਜ਼ੋਰ ਨਾਲ ਬੋਲਣਗੀਆਂ ਹਾਲੇਲੂਇਆ ਜਿਹੜੀਆਂ ਸੌ ਰਹੀਆਂ ਨੇ ਜ਼ੋਰ ਨਾਲ ਬੋਲਣਗੀਆਂ ਹਾਲੇਲੂਇਆ ਸਾਰੇ ਮਿਲ ਕੇ ਬੋਲੋ ਹਾਲੇਲੂਇਆ ਹਾਲੇਲੂਇਆ ਦੁਸ਼ਟ ਆਤਮਾ ਨੂੰ ਆਪਣੇ ਜੀਵਨ ਦੇ ਵਿੱਚ ਆਉਣ ਦੀ ਅਨੁਮਤੀ ਕਿਹਨੇ ਦਿੱਤੀ ਹੈ ਇਨਸਾਨ ਨੇ ਆਪ ਹੀ ਦਿੱਤੀ ਆ ਭੈਣ ਮੇਰੀ ਨੇ ਆਪ ਹੀ ਦਿੱਤੀ ਆ ਦੁਸ਼ਟ ਆਤਮਾ ਜਦੋਂ ਤੂੰ ਤੌਬਾ ਕੀਤੀ ਬਪਤਿਸਮਾ ਲਿਆ ਉਦੋਂ ਤੇਰੇ ਜੀਵਨ ਵਿੱਚੋਂ ਇਸ ਘਰ ਵਿੱਚੋਂ ਦੁਸ਼ਟ ਆਤਮਾ ਨਿਕਲ ਗਿਆ ਸੀ ਪਰ ਉਦੋਂ ਦੁਸ਼ਟ ਆਤਮਾ ਤੇਰੇ ਅੰਦਰ ਆਇਆ ਜਦੋਂ ਤੂੰ ਹੁਕਮ
ਅਣਆਗਿਆਕਾਰੀ ਕਰ। ਉਦੋਂ ਤੇਰੇ ਜੀਵਨ ਵਿੱਚ ਆਇਆ ਸੀ, ਪਹਿਲਾਂ ਤੇਰੇ ਵਿੱਚੋਂ ਨਿਕਲ ਗਿਆ ਸੀ। ਪ੍ਰਭੂ ਨੇ ਆਪ ਇਹ ਗੱਲ ਸਪਸ਼ਟ ਕਰ ਦਿੱਤੀ ਆ, ਕਹਿੰਦਾ ਇਸ ਲਈ ਤੋਬਾ ਕਰੋ, ਮੁੜੋ, ਕਿਉਂ ਜੋ ਤੁਹਾਡੇ ਪਾਪ ਕੀ ਹੋਣਗੇ, ਮਿਟਾਏ ਜਾਣਗੇ ਤੇ ਪ੍ਰਭੂ ਦੇ ਹਜ਼ੂਰੋਂ ਕੀ ਪਾਓਗੇ, ਸੁੱਖ ਦੇ ਦਿਨ। ਕਹਿੰਦਾ ਸੁੱਖ ਦੇ ਦਿਨ ਉਦੋਂ ਆਉਂਦੇ ਆ ਜਦੋਂ ਤੂੰ ਮੰਨਦਾ ਆ, ਜਦੋਂ ਤੂੰ ਆਗਿਆ ਦੀ ਪਾਲਣਾ ਕਰਦਾ ਆ, ਉਦੋਂ ਤੇਰੀ ਜ਼ਿੰਦਗੀ ਵਿੱਚ ਕੀ ਆਉਂਦੇ ਆ। ਨਹੀਂ ਤਾਂ ਤੈਨੂੰ ਰਾਤ ਹੀ ਕਿਤੇ ਫੋਨ ਆ ਗਿਆ, ਮੇਰਾ ਜੀ ਦੁਖੀ ਹੋ, ਮੈਨੂੰ ਸਤਾਉਂਦਾ ਹੀ, ਮੈਨੂੰ ਸਤਾਉਂਦਾ ਹੀ। ਉਦੋਂ ਤੇਰੇ ਜੀਵਨ ਵਿੱਚ ਇਹ ਕੰਮ ਹੁੰਦਾ ਜਦੋਂ ਤੂੰ ਕੀ ਕਰਦਾ, ਆਗਿਆਕਾਰੀ ਕਰਦਾ ਆ, ਅਣਆਗਿਆਕਾਰੀ ਕਰਦਾ ਹੈ। ਪ੍ਰਭੂ ਦੀ ਬਾਣੀ ਦੱਸਦੀ ਆ, ਜਿਹੜੇ ਘਰ ਵਿੱਚੋਂ ਦੁਸ਼ਟ ਆਤਮਾ ਗਿਆ ਸੀ ਨਿਕਲ ਕੇ ਉਸੇ ਵਿੱਚ ਫੇਰ ਨਾ ਆਉਣ ਦੇਈਏ। ਤੁਸੀਂ ਆਪ ਅਨੁਮਤੀ ਦਿੰਦੇ ਜੇ, ਆਗਿਆ ਦਿੰਦੇ ਜੇ, ਆਜਾ ਮੈਂ ਅੱਜ ਇਹ ਹੁਕਮ ਤੋੜ ਦਿੱਤਾ ਹੈ। ਲੜਾਈਆਂ ਝਗੜੇ ਵੈਰ ਵਿਰੋਧ ਈਰਖਾ ਧੜੇਬਾਜ਼ੀ ਕਰਦੇ ਜੇ ਤੇ ਆਪਣਾ ਤੁਸੀਂ ਨੁਕਸਾਨ ਕਰਦੇ ਜੀ। ਕਹਿੰਦਾ ਜਿਹੜਾ ਇਨਸਾਨ ਸਮਝ ਦੇ ਰਾਹ ਤੋਂ ਭਟਕ ਜਾਂਦਾ ਹੈ, ਉਹਦਾ ਵਾਸਾ ਕਿਹਨਾਂ ਵਿੱਚ ਹੋ ਜਾਂਦਾ ਹੈ, ਕਿਹਨਾਂ ਵਿੱਚ ਹੋ ਜਾਂਦਾ ਹੈ, ਭੂਤਨਿਆਂ ਵਿੱਚ ਹੋ ਜਾਂਦਾ ਹੈ। ਦੁਬਾਰੇ ਸਿਆਣ ਨੂੰ ਪੜ੍ਹਦੇ ਬਾਣੀ ਸਾਨੂੰ ਕੀ ਸਮਝਣਾ ਕਰਦੀ, 43 ਤੋਂ ਪੜ੍ਹਦੇ ਆ 44 ਨੂੰ। ਤਦ ਉਹ ਆਖਦਾ ਹੈ ਕਿ ਮੈਂ ਆਪਣੇ ਘਰ ਤੋਂ ਨਿਕਲਿਆ ਸਾਂ। ਤਾਂ ਦੁਸ਼ਟ ਆਤਮਾ ਜਿਹਦੇ ਸਰੀਰ ਵਿੱਚੋਂ ਨਿਕਲ ਜਾਂਦਾ, ਜਿਹਦੇ ਘਰ ਵਿੱਚੋਂ ਨਿਕਲ ਜਾਂਦਾ ਹੈ, ਤਾਂ ਉਹ ਇਹ ਆਖਦਾ ਹੈ ਮੈਂ ਮੁੜ ਕੇ ਉਸੇ ਹੀ ਘਰ ਵਿੱਚ ਕੀ ਹੋਵਾਂਗਾ, ਕਹਿੰਦਾ ਮੁੜ ਕੇ ਫੇਰ ਜਾਵਾਂਗਾ, ਕਹਿੰਦਾ ਮੁੜ ਕੇ ਜਾਵਾਂਗਾ ਜ਼ਰੂਰ। ਉਹਨੇ ਤਾਂਗ ਰੱਖੀ ਹੈ। ਅਜੀਜੋ ਭੈਣੋ ਤੇ ਭਰਾਓ, ਤੁਹਾਡੇ ਸਰੀਰ ਨੂੰ, ਤੁਹਾਡੇ ਘਰ ਨੂੰ, ਤੁਹਾਡੇ ਪਰਿਵਾਰ ਨੂੰ ਨਾਸ਼ ਕਰਨ ਦੇ ਲਈ ਦੁਸ਼ਟ ਆਤਮਾ ਨੇ ਯੋਜਨਾ ਬਣਾਈ ਹੈ, ਯੋਜਨਾ ਬਣਾਈ ਹੈ। ਮੈਂ ਘਰ ਨੂੰ ਬਰਬਾਦ ਕਰਕੇ ਰੱਖ ਦੇਗਾ, ਮੈਂ ਸਰੀਰ ਨੂੰ ਬਰਬਾਦ ਕਰਕੇ ਰੱਖ ਦੇਗਾ, ਮੈਂ ਇਹਨਾਂ ਨੂੰ ਬਰਬਾਦ ਕਰਕੇ ਰੱਖ ਦੇਗਾ। ਪਰ ਉਹ ਯੋਜਨਾ ਸ਼ੈਤਾਨ ਦੀ ਤੁਸੀਂ ਆਪਣੀ ਜ਼ਿੰਦਗੀ ਵਿੱਚ ਸਫਲ ਹੋਣ ਦੇਣੀ ਨਹੀਂ ਹੋਣ ਦੇਣੀ। ਇਹਦੀ ਯੋਜਨਾ ਹੈ, ਇਹਦੇ ਕੰਮ ਨੇ। ਕਹਿੰਦਾ ਮੈਂ ਜਾਵਾਂਗਾ, ਮੁੜ ਕੇ ਫੇਰ ਜਾਵਾਂਗਾ, ਕਹਿੰਦਾ ਮੈਂ ਵੇਖਾਂਗਾ ਉਹ ਘਰ ਬੜਾ ਸਵਾਰਿਆ ਹੋਵੇਗਾ। ਕਹਿੰਦਾ ਸਵਾਰਿਆ ਹੈ, ਕਹਿੰਦਾ ਘਰ ਸਵਾਰਿਆ ਹੈ, ਮੈਂ ਜਾ ਕੇ ਵੇਖਾਂਗਾ ਝਾੜੂ ਪੋਚਾ ਲੱਗਾ ਹੈ, ਬੜਾ ਸੋਹਣਾ ਬਣ ਕੇ ਮੈਨੂੰ ਵਿਖਾਉਂਦਾ ਹੈ, ਵਿਖਾਉਂਦੀ ਹੈ, ਪਰ ਉਹਦੇ ਅੰਦਰ ਵਾਸਾ ਪੈਦਾ ਹੋਵੇਗਾ। ਵਿਖਾਵੇ ਦੀ ਭਗਤੀ ਨੂੰ ਪਰਮੇਸ਼ਰ ਪ੍ਰਵਾਨ ਨਹੀਂ ਕਰਦਾ। ਆਪਣੀ ਜ਼ਿੰਦਗੀ ਵਿੱਚ ਵੇਖੀਏ ਅਸੀਂ ਪਰਮੇਸ਼ਰ ਦੇ ਨਾਲ ਕੀ ਕਰ ਰਹੇ ਹਾਂ। ਜੇਕਰ ਅਣਆਗਿਆਕਾਰੀ ਕਰ ਰਹੇ, ਨਾਲ ਆਉਂਦੇ ਆ ਪਰਮੇਸ਼ਰ ਸਾਡੇ ਨਾਲ ਬੜਾ ਹੀ ਮਾੜਾ ਕਰਦਾ। ਜੇ ਕੋਈ ਦੁਰਘਟਨਾ ਵਾਪਰ ਗਈ ਤਾਂ ਵੀ ਬੜਾ ਮਾੜਾ ਕਰਦਾ, ਕੰਮ ਨਾ ਕੋਈ ਬਣਿਆ ਤਾਂ ਵੀ ਮਾੜਾ ਕਰਦਾ। ਗਲਤੀਆਂ ਕਹਿਦੀਆਂ ਸਾਹਮਣੇ ਤੇ ਬੋਲੀਏ ਕਹਿਦੀਆਂ ਆਪਣੀਆਂ ਤੁਹਾਡੀਆਂ। ਪ੍ਰਭੂ ਦੀ ਬਾਣੀ ਨੇ ਦੱਸਦਾ ਤੇਰੀਆਂ ਬਦੀਆਂ ਤੇਰੇ ਲਈ ਇੱਕ ਬੰਧਨ ਬਣ ਗਈਆਂ, ਤੇਰੇ ਪਾਪ ਤੇਰੇ ਲਈ ਇੱਕ ਠੋਕਰ ਦਾ ਕੀ ਬਣ ਗਿਆ। ਕਹਿੰਦਾ ਤੇਰੇ ਪਾਪ ਸੀ ਜਿਹੜੇ ਤੇਰੇ ਕਾਰੋਬਾਰ ਲਈ ਰੁਕਾਵਟ ਬਣ ਗਏ, ਤੇਰੇ ਗੁਨਾਹ ਸੀ ਜਿਹੜੇ ਤੇਰੇ ਲਈ ਇੱਕ ਰੁਕਾਵਟ ਬਣ ਗਏ। ਨਾ ਕਹਿੰਦਾ ਲਾਇਆ ਜੀ ਮੇਰਿਆ, ਪਰਮੇਸ਼ਰ ਦਾ ਨਾਂ ਨਾ ਲਈ, ਆਪਣੀ ਜ਼ਿੰਦਗੀ ਵੱਲ ਧਿਆਨ ਦੇਣੀ। ਸਭ ਦਾ ਹਾਲੇਲੂਇਆ ਹਾਲੇਲੂਇਆ। ਆਪਣੇ ਵੱਲ ਧਿਆਨ ਦੇਵੀ ਭਈ ਮੈਂ ਕਿੱਥੋਂ ਡਿੱਗ ਗਿਆ। ਬਾਣੀ ਦੱਸਦੀ ਆ ਪ੍ਰਕਾਸ਼ਿਤ ਵਾਕਿਆ 2 ਅਧਿਆਏ, ਕਹਿੰਦਾ ਕਾਕਾ ਯਾਦ ਕਰ ਤੂੰ ਕਿੱਥੋਂ, ਧਿਆਨ ਵਿੱਚ ਲਿਆਓ। ਕਹਿੰਦਾ ਕਾਕਾ ਯਾਦ ਕਰ ਤੂੰ ਕਿੱਥੋਂ ਡਿੱਗਾ ਆ, ਤੂੰ ਯਾਦ ਕਰ ਉਹ ਕਿਹੜਾ ਸਮਾਂ ਸੀ ਜਦੋਂ ਮੈਂ ਅਣਆਗਿਆਕਾਰੀ ਕੀਤੀ, ਉਸੇ ਟਾਈਮ ਦੁਸ਼ਟ ਆਤਮਾ ਮੇਰੇ ਅੰਦਰ ਪ੍ਰਵੇਸ਼। ਕਹਿੰਦਾ ਵੇਖ ਯਾਦ ਕਰ ਤੂੰ ਕਿੱਥੋਂ ਡਿੱਗਾ ਸਾਂ, ਯਾਦ ਕਰ ਕਿਦੋਂ ਤੇਰੇ ਮਨ ਵਿੱਚ ਅਣਆਗਿਆਕਾਰੀ ਆਈ, ਯਾਦ ਕਰ ਕਿਦੋਂ ਤੂੰ ਵਿਚਾਰ ਕੀਤਾ, ਯਾਦ ਕਰ ਕਿਦੋਂ ਤੂੰ ਫੇਰ ਕੱਪ ਪਿਆਲਾ ਪੀਤਾ, ਯਾਦ ਕਰ ਮੁੜਨ ਦੇ ਨਾਲ ਹੀ ਤੇਰਾ ਪਰਿਵਾਰ ਤੇਰਾ ਘਰਾਣਾ ਬਚਾਇਆ ਜਾ ਸਕਦਾ ਹੈ। ਸਭ ਲੋਕ ਹਾਲੇਲੂਇਆ 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 ਹਾਲੇਲੂਇਆ। ਬਾਣੀ ਕੀ ਸਮਝਾਉਣਾ ਕਰਦੀ, ਬੜੇ ਧਿਆਨ ਦੇ ਕੇ ਸੁਣਦੇ ਪੜ੍ਹਦੇ ਨੇ ਆ। ਅਤੇ ਉਹ ਆਣ ਕੇ ਉਹਨੂੰ ਵਿਹਲਾ ਤੇ ਝਾੜਿਆ ਸਵਾਰਿਆ ਵੇਖਦਾ ਹੈ, ਅਤੇ ਆਣ ਕੇ ਦੁਸ਼ਟ ਆਤਮਾ ਨੂੰ ਝਾੜਿਆ ਤੇ ਸਵਾਰਿਆ ਹੋਇਆ ਆਣ ਕੇ ਵੇਖਦਾ ਹੈ। ਤਦ ਉਹ ਜਾ ਕੇ ਹੋਰ 7 ਆਤਮੇ ਆਪਣੇ ਨਾਲ ਵੀ ਭੇੜੇ ਨਾਲ ਲਿਆਉਂਦਾ ਹੈ। ਕਿੰਨੇ ਆਤਮੇ ਲੈ ਕੇ ਆਉਂਦਾ ਹੈ, ਕਿੰਨੇ ਆਤਮੇ ਲੈ ਕੇ ਆਉਂਦਾ ਹੈ। 7 ਦੁਸ਼ਟ ਆਤਮੇ ਆਪਣੇ ਨਾਲ ਭੈੜੇ, ਹੋਰ ਦੁਸ਼ਟ ਆਤਮੇ 7 ਲੈ ਕੇ ਆਉਂਦਾ ਹੈ। ਪਹਿਲਾਂ ਇੱਕ ਨੇ ਨਹੀਂ ਸੀ ਘਰ ਬਣ ਦਿੱਤਾ, ਤੇ ਜਦੋਂ 7 ਇਕੱਠੇ ਹੋ ਗਏ ਤੇ 7 ਨੇ ਬਣ ਦੇਣਾ। ਇੱਕ ਨਹੀਂ ਸੀ ਮਾਣਾ। ਮਰਕਸ 5 ਅਧਿਆਏ
ਤੇ ਫਿਰ ਕਿੰਨੇ ਹੋਏ? ਇੱਕ ਸੂਰ ਦੇ ਵਿੱਚ ਇੱਕ ਦੁਸ਼ਟ ਆਤਮਾ ਵੜ ਗਿਆ। ਸੂਰ ਕਿੰਨੇ ਸੀ? ਤੇ 2000 ਨੂੰ ਪਾਗਲ ਹੀ ਕਰਕੇ 2000 ਨੂੰ ਵੀ ਕਰਕੇ ਰੱਖਿਆ ਸੀ। ਪਾਗਲ ਕਰਕੇ ਰੱਖਿਆ ਸੀ। ਨੰਬਰ 1 ਘਰ ਪਰਿਵਾਰ ਤੋਂ ਦੂਰ ਰੱਖਿਆ ਸੀ। ਨੰਬਰ 2 ਉਹ ਜੰਗਲਾਂ ਦੇ ਵਿੱਚ ਰਹਿਣ ਲੱਗ ਪਿਆ। ਨੰਬਰ 3 ਉਹਦੇ 3 ਬਸਤਰ ਵੀ ਹੁੰਦੇ। ਕਿਹਦਾ ਕੰਮ ਸੀ? ਕਿਹਦਾ ਕੰਮ ਸੀ? ਦੁਸ਼ਟ ਆਤਮਾ ਦਾ। ਦੁਸ਼ਟ ਆਤਮਾ ਦਾ ਕੰਮ ਸੀ। ਦੁਸ਼ਟ ਆਤਮਾ ਦਾ ਕੰਮ ਸੀ। ਕਿਹਦਾ ਲਕਸ਼ਯ ਸੀ? ਉਹਦੇ ਵਿੱਚੋਂ ਜਦ ਨਿਕਲਿਆ ਉਹ ਸੂਰਾਂ ਦੇ ਝੁੰਡ ਵਿੱਚ ਜਾ ਕੇ ਵੜ ਗਿਆ। ਸੂਰਾਂ ਦੇ ਝੁੰਡ ਨੇ ਕੀ ਕੀਤਾ? ਜਦ ਵੜ ਗਿਆ ਦਵਾ ਦਵ ਸਮੁੰਦਰ ਵਿੱਚ ਕੀ ਮਾਰ ਦਿੱਤੀ? ਮੋਏ 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 ਦਾ ਜ਼ਿਕਰ ਆਇਆ ਹੈ, ਮਰ ਗਿਆ। ਕਹਿੰਦਾ ਦੁਸ਼ਟ ਆਤਮਾ ਚਲੇ ਗਿਆ। ਪਰ ਇੱਕ ਹੀ ਗੱਲ ਯਿਸੂ ਮਸੀਹ ਨੇ ਫਿਰ ਕਹੀ ਸੀ, ਜਾ ਹੁਣ ਅੰਗਾ ਸਾਕਾਂ ਵਿੱਚ ਕੀ ਦੇਵੀਂ? ਅੰਗਾ ਸਾਕਾਂ ਵਿੱਚ ਕੀ ਦੇਵੀਂ? ਕਹਿੰਦਾ ਗਵਾਹੀ ਦੇਵੀਂ। ਅੱਜ ਸਾਡੇ ਚ ਕੋਈ ਐਸਾ ਹੈ ਜਿਹਨੇ ਅੰਗਾ ਸਾਕਾਂ ਨੂੰ ਬਚਾਇਆ ਹੋਵੇ? ਕੋਈ ਸਾਡੇ ਚੋਂ ਐਸਾ ਹੈ ਜਿਹਨੇ ਭੈਣ ਭਰਾਵਾਂ ਨੂੰ ਬਚਾਇਆ ਹੋਵੇ? ਕੋਈ ਐਸਾ ਹੈ ਜਿਹਦੇ ਨਾਲ ਸਾਡਾ ਨਾਤਾ ਗੂੜਾ ਹੈ, ਯਾਰ ਆ ਦੋਸਤ ਆ, ਉਹਨੂੰ ਬਚਾਇਆ ਹੋਵੇ? ਕੋਈ ਹੈ? ਨਹੀਂ। ਕਹਿੰਦਾ ਜਾ, ਤੇਰੇ ਵਿੱਚੋਂ ਦੁਸ਼ਟ ਆਤਮਾ ਨਿਕਲ ਗਿਆ ਹੀ। ਹੁਣ ਤੂੰ ਕੀ ਲੋਕਾਂ ਨੂੰ ਕੀ ਦੇਵੀਂ? ਰਿਸ਼ਤੇਦਾਰਾਂ ਨੂੰ ਕੀ ਦੇਵੀਂ? ਅੱਜ ਗਵਾਹੀ ਦੇਣ ਦੀ ਜ਼ਰੂਰਤ ਹੈ। ਪ੍ਰਭੂ ਦੀ ਬਾਣੀ ਕੀ ਸਮਝਾਉਣਾ ਚਾਹਦੀ ਆ? ਦੁਬਾਰਾ ਸੇ ਆਪ ਨੂੰ ਪੜ੍ਹ ਕੇ ਵੇਖਦੇ ਆ ਬਾਣੀ ਕੀ ਕਹਿੰਦੀ ਆ। ਤਦੋਂ ਜਾ ਕੇ ਹੋਰ 7 ਆਤਮੇ ਆਪਣੇ ਨਾਲੋਂ ਵੀ ਭੈੜੇ ਨਾਲ ਲਿਆਉਂਦਾ ਹੈ। ਇੱਕ ਇਨਸਾਨ ਦੇ ਵਿੱਚੋਂ ਜਦ ਦੁਸ਼ਟ ਆਤਮਾ ਨਿਕਲ ਜਾਂਦਾ ਹੈ, ਉਹ ਆਰਾਮ ਭਾਲਦਾ ਫਿਰਦਾ। ਜਦ ਉਸ ਨੂੰ ਆਰਾਮ ਨਹੀਂ ਮਿਲਦਾ, ਜਿਹਦੇ ਸਰੀਰ ਵਿੱਚੋਂ ਨਿਕਲਿਆ ਹੁੰਦਾ ਹੈ, ਜੇਕਰ ਇਨਸਾਨ ਤੋਬਾ ਕਰਕੇ ਬਪਤਿਸਮਾ ਲੈ ਕੇ ਵਿਖਾਵੇ ਦੀ ਭਗਤੀ ਕਰਨੀ ਚਾਲੂ ਕਰ ਦਿੰਦਾ ਹੈ, ਜਿਹੜਾ ਦੁਸ਼ਟ ਆਤਮਾ ਇੱਕ ਵਾਰੀ ਨਿਕਲਿਆ ਸੀ, ਉਹ ਨਾਲ ਲੈ ਕੇ ਕਿੰਨੇ ਆਉਂਦਾ ਹੈ? ਕਿੰਨੇ ਆਤਮੇ ਲੈ ਕੇ ਆਉਂਦਾ ਹੈ? 7 ਦੁਸ਼ਟ ਆਤਮਾ ਨੇ ਲੈ ਕੇ ਆਉਂਦਾ ਹੈ। ਜਿਹਦਾ 7 ਤੇ ਦੁਸ਼ਟ ਆਤਮਾ ਵੇਖਿਓ ਜਿਹਦੇ ਵਿੱਚ ਹੋਵੇਗਾ, ਇੱਕ ਹੀ ਹੋਵੇਗਾ ਤੇ ਘਰ ਪਰਿਵਾਰ ਨੂੰ ਦਿਨ ਰਾਤ ਸੌਣ ਦਿੰਦਾ। ਇੱਕ ਦੇ ਵਿੱਚ ਇੱਕ ਦੁਸ਼ਟ ਆਤਮਾ ਹੋਵੇਗਾ, ਦਿਨ ਰਾਤ ਕਿਸੇ ਨੂੰ ਸੌਣ ਨਹੀਂ ਦਿੰਦਾ। ਮਾਫ ਕਰਨਾ, ਜਿਹੜਾ ਇਨਸਾਨ ਸ਼ਰਾਬ ਪੀਂਦਾ, ਬੜੇ ਧਿਆਨ ਦੇ ਕੇ ਸੁਣਿਓ, ਜਿਹੜਾ ਇਨਸਾਨ ਸ਼ਰਾਬ ਪੀਂਦਾ, ਨਸ਼ਾ ਇਸਤੇਮਾਲ ਕਰਦਾ, ਉਹਦੇ ਵਿੱਚ ਇੱਕ ਦੁਸ਼ਟ ਆਤਮਾ, ਉਹ ਘਰ ਪਰਿਵਾਰ ਦੇ ਜੀ ਉਹਦੇ 7 ਨੇ ਤੇ 7 ਹੀ ਰਾਤੋਂ ਰਾਤ ਫੜੋ ਫੜੀ ਲੱਗੇ ਰਹਿੰਦੇ ਆ। 7 ਜੀ ਨੇ 7 ਹੀ ਫੜੋ ਫੜੀ ਲੱਗੇ ਰਹਿੰਦੇ ਆ। ਤੇ ਜਦੋਂ ਉਹਦੇ ਵਿੱਚ 7 ਹੋ ਜਾਣਗੇ, ਸੱਤੂ ਸਾਡੇ ਕਿੰਨੇ ਬਣ ਗਏ? ਨਿੰਜਾ। ਤੇ ਜਿਹਦੇ ਵਿੱਚ ਨਿੰਜਾ ਭੂਤ ਬਣ ਜਾਣਾ, ਉਹ ਕਿਸੇ ਦੇ ਵੀ ਮੁੜ ਕੇ ਕਾਬੂ ਆਉਂਦਾ। ਉਹਦੇ ਅੰਦਰ ਕਿਹੜਾ ਵਾਸਾ ਹੋ ਗਿਆ? ਭੂਤਨਿਆਂ ਦਾ ਵਾਸਾ ਹੋ ਗਿਆ। ਜਿਹੜਾ ਇਨਸਾਨ ਸਮਝਦੇ ਰਾਹ ਤੋਂ ਭਟਕ ਜਾਂਦਾ ਹੈ, ਉਹਦਾ ਵਾਸਾ ਕਿਹਨਾਂ ਵਿੱਚ ਹੋ ਜਾਂਦਾ ਹੈ? ਭੂਤਨਿਆਂ ਵਿੱਚ। ਅੱਜ ਅਸੀਂ ਜੇਕਰ ਆਪਣੇ ਜੀਵਨ ਵਿੱਚ ਆਗਿਆ ਦਿੰਦੇ ਆ ਦੁਸ਼ਟ ਆਤਮਾ ਨੂੰ, ਉਹ ਅਸੀਂ ਦਿੰਦੇ ਆ। ਜਦੋਂ ਕਿਸੇ ਨੂੰ ਕਿਹਾ ਜਾਂਦਾ, ਵੀਰ ਮੇਰਿਆ ਤੂੰ 6 ਦਿਨ ਮਿਹਨਤ ਕਰਿਆ ਕਰ, 7ਵੇਂ ਦਿਨ ਕਿੱਥੇ ਆਇਆ ਕਰ? ਪ੍ਰਭੂ ਦੀ ਹਜ਼ੂਰੀ ਵਿੱਚ ਆਗਿਆ ਨੂੰ ਵੀ ਕਰ ਦਿੰਦਾ ਹੈ। ਹਰ ਆਤਵਾਰ ਬਹੁਤਿਆਂ ਦੀਆਂ ਮਜਬੂਰੀਆਂ ਚੱਲਦੀਆਂ। ਹਰ ਕੰਮ ਪ੍ਰਭੂ ਦੇ ਕੰਮ ਵਾਰੀ ਕੋਈ ਅਣਆਗਿਆਕਾਰੀ ਹੀ ਕਰਦਾ ਹੈ। ਉਹਦੇ ਅੰਦਰ ਵਾਸਾ ਕਰਦਾ ਹੈ। ਸੰਤ ਪਲੂਸ ਕਹਿੰਦਾ, ਜਿਹੜਾ ਕੰਮ ਮੈਂ ਕਰਨਾ ਚਾਹੁੰਦਾ ਉਹ ਮੇਰੇ ਕੋਲ ਹੁੰਦਾ ਨਹੀਂ ਆ। ਉਹ ਕਿਉਂ ਨਹੀਂ ਹੁੰਦਾ? ਕਹਿੰਦਾ ਮੇਰੇ ਅੰਦਰ ਉਹ ਪਾਪ ਹੈ। ਕਹਿੰਦਾ ਪਾਪ ਹੈ। ਰੋਮੀਆਂ 7 ਅਧਿਆਏ 19, 20, 21 ਅੰਤ ਕਰ ਜਾ ਕੇ ਪੜ੍ਹ ਕੇ ਵੇਖਿਓ। ਜਿਹੜਾ ਕੰਮ ਕਹਿੰਦਾ ਮੈਂ ਨਹੀਂ ਕਰਨਾ ਚਾਹੁੰਦਾ, ਉਹ ਹੋ ਜਾਂਦਾ ਹੈ। ਕਹਿੰਦਾ ਜੇਕਰ ਉਹ ਹੁੰਦਾ ਹੈ, ਉਹ ਮੇਰੇ ਅੰਦਰ ਕੀ ਹੈ? ਫਿਰ ਜੇਕਰ ਸਾਡੇ ਕੋਲ ਪ੍ਰਭੂ ਦੇ ਕੰਮ ਸਹੀ ਤਰੀਕੇ ਨਾਲ ਨਹੀਂ ਹੋ ਰਿਹਾ, ਜੇਕਰ ਅਸੀਂ ਤੋਬਾ ਕੀਤੀ ਆ, ਬਪਤਿਸਮਾ ਲਿਆ, ਜੋ ਕੋਈ ਹੁਕਮ ਦੱਸਿਆ ਜਾਂਦਾ, ਜੇਕਰ ਨਹੀਂ ਨਾ ਕਰਦਾ, ਉਹਦੇ ਅੰਦਰ ਵਾਸਾ ਕਰਦਾ ਹੈ। ਵਾਸਾ ਕਹਿੰਦਾ ਹੈ, ਸਮਝ ਕੇ ਬੋਲਿਆ ਕਰੀ, ਵਾਸਾ ਕਹਿੰਦਾ ਹੈ। ਜਿਹੜਾ ਇਨਸਾਨ ਸਮਝਦੇ ਰਾਹ ਤੋਂ ਭਟਕ ਜਾਂਦਾ, ਜੋ ਉਸ ਨੂੰ ਦੱਸਿਆ ਗਿਆ, ਉਹ ਦੂਰ ਚਲਾ ਜਾਂਦਾ ਹੈ ਪਰਮੇਸ਼ਰ ਦੇ ਕੋਲੋਂ। ਇੱਕ ਸਮਾਂ ਆਉਂਦਾ ਹੈ, ਪਰਮੇਸ਼ਰ ਦੀ ਬਾਣੀ ਦੱਸਦੀ ਆ, ਉਹਨੂੰ ਮੁੜਨਾ ਪੈਂਦਾ ਹੈ। ਮੁੜਨਾ ਪੈਂਦਾ ਹੈ। ਪਰ ਜਿਹੜਾ ਇੱਕ ਵਾਰੀ ਆਲਣੇ ਚ ਬੋਲ ਡਿੱਗਿਆ ਹੋਵੇ ਤੇ ਮੁੜ ਕੇ ਕਿਤੇ ਟਿਕਦਾ? ਮਾਫ ਕਰਿਓ, ਬਾਣੀ ਨੇ ਦੱਸਿਆ, ਬਾਣੀ ਨੂੰ ਸਮਝਾਵਾਂਗਾ। ਜਿਹੜਾ ਇੱਕ ਵਾਰੀ ਭਟਕ ਜਾਂਦਾ ਨਾ, ਭਟਕ ਜਾਂਦਾ, ਆਉਂਦਾ ਫੇਰ ਮੁੜ ਕੇ ਭੱਜੂ ਕਰਦਾ। ਜੇ ਬਾਣੀ ਦੱਸਦੀ ਆ, ਜਿਹੜਾ ਬੋਟ ਆਲਣੇ ਚੋਂ ਡਿੱਗ ਜਾਵੇ, ਉਹ ਮੁੜ ਕੇ ਟਿਕਦਾ
बरकत लैनी है। जेकर साडी जिंदगी विच दुष्ट आत्मा चलिया गया सी, जेकर वो फिर आया है, वो तुहाडी गलती दे करके आया है। परमेश्वर दे दासां दी गलती करके आया, तुहाडी गलती दे करके आया है। तुसीं अनाज्ञाकारी कीती, प्रभु दे दासां ने वचन पढ़ाया सी व्यभिचार नहीं करना। प्रभु दी बाणी विचों दस्सिया सी गलातियां ओदा 5 अध्याय विच जद पढ़ के वेखदे आ, कहंदा इहो जे बुरे काम करन वाले कदी भी स्वर्ग राज विच वड़ सकदे कहंदा नहीं आ। कहंदा तू आज्ञा दित्ती है दुष्ट आत्मा आ जा, आ जा मेरे अंदर प्रवेश हो जा। कहंदा तू आज्ञा दित्ती आ तां करके ओ दुष्ट आत्मा तेरे अंदर की हो गया है। एवें ना खाई हासा सके ना परमेश्वर नूं मुखा उतो अपना अंदरला मन साफ कर। प्रभु दी बाणी दसदी आ टेढ़े मन वाले जेड़े हुंदे आ उन्हां तो यहोवा नूं भी आउंदी आ। कहोता दे विच कहंदा जेड़े टेढ़े मन वाले हुंदे आ ना उन्हां तो यहोवा नूं भी आउंदी आ, भेड़ आउंदी आ। कहंदा भेड़ आउंदी आ टेढ़े मन वालियां कोलों। पर बाणी दसदी आ जबूरा दी पोथी 40 अध्याय 4 ऐत दसदी आ, बाणी दसदी आ धन्य ओ मनुख जिहदा आसरा कहदे ते हुंदा है। अज सब मिल के बोलिए धन है ओ मनुख जिहदा आसरा कहदे ते हुंदा है। यहोवा ते हुंदा है। कहोता 28 अध्याय 25 ऐत दसदी आ कहंदा जिहड़े लोभी आ ओ झगड़े नूं छेड़दे आ, लोभी झगड़े नूं छेड़दे आ, पर धन है ओ मनुख जिहड़ा यहोवा ते आसरा रखदा है। ओ मोटा इब्रानी भाषा का शब्द है मोटा, उन्नति तरक्की कहता कामयाबी पावेगा, उन्नति तरक्की कामयाबी पावेगा। ओ जेड़ा एक स्थान पे टिकिया, जेड़ा यहोवा नूं की बनाउंदा है आसरा, यहोवा दे नाल चलदा है, जो आज्ञा देता है उस दे अनुसार चलदा है, वो उन्नति मोटा तरक्की कामयाबी की करेगा। वो कामयाबी पा सकता जेड़ा यहोवा नूं भी बनाउंदा है आसरा। धन भागा वाला भी ओही होवेगा जेड़ा यहोवा नूं भी बनाउंदा है आसरा, जेड़ा अपनी जिंदगी विच दोबारा आज्ञा देता है। शैतान ओ कदी तरक्की पा सकदा। बाणी दसदी बाणी की समझाना करदी है, क्या होर पढ़दे ने आ कहोता 27 अध्याय दी 8 पढ़ के वेखदे बाणी सानू की समझाना करदी आ। जेड़े लोग अनाज्ञाकारी करदे आ कदी आशीष नूं पा नहीं सकदे, जिन्हां विचों कोई दुष्ट आत्मा निकल जाता है। जेकर फिर आज्ञा देंदे दुष्ट आत्मा नूं और एक नहीं आउंदा सगों 7 होर अपने नाल भैड़े लैके आउंदा है। तां लैके आउंदा है पहिलों मैं शरीर नूं बर्बाद करांगा, फिर मैं परिवार नूं तोड़ांगा, फिर मैं घराणे नूं बर्बाद कर देवांगा। अज ध्यान देवो जेकर साडे अंदर अनाज्ञाकारी सी अज तो बाद आज्ञाकारी करिए। जेकर साडी जिंदगी दे विच विचार सी अज विचार नूं छड्ड के तौबा कर लईए, मोड़ आइए। बाणी दसदी आ कहंदा काका याद कर तू किथों, कहंदा याद कर जेकर तू बुरे काम करदा सा पर अज याद कर ला, जेकर तू नहीं करदा तेरा वासा भूतनिया विच ही ते भूत कदे भी स्वर्गां नहीं जा सकदे, नहीं जा सकदे। बड़े ध्यान दे के ओ भी आखिर विच पढ़ांगे। बाणी की समझाना करदी है, पहले ए अर्थ पढ़ लेने आ जेड़ा मनुख अपने ठिकाने भटकदा है, जेड़ा इंसान स्थान छड्ड के ते भटक जाता है, जेड़ा होर किते अपना चित्त मन ला लैंदा है, उस पंछी वर्गा हुंदा है, उस पंछी वर्गा हुंदा है जो अपने आलने को खोज जावे। सब बोलेगा हालेलुया। जेड़ा इंसान कहंदा भटक जाता है ओ उस पंछी वर्गा है, कहंदा जेड़ा आलणे दे विच हैगा ते ਅਸੀਂ ਮੁੜ ਕੇ ਡਿੱਗ ਪਿਆ ਤੇ ਮੁੜ ਕੇ ਉਹਦਾ ਆਲਣੇ ਤੇ ਜੀ ਲੱਗਦਾ। ਹਾਂਜੀ ਕਦੀ ਇੱਥੇ ਕਦੀ ਉੱਥੇ ਸਥਾਨ ਬਦਲਣ ਦੇ ਨਾਲ ਕਦੀ ਵੀ ਬਰਕਤ ਮਿਲਦੀ। कहता ओदी जिंदगी में वासा भुगतांदा है, जेड़ा कहता समझ दे राह तो भटक जाता है, कहता जेड़ा स्थान छड़ देता है, कहता ओ उस पंछी दी न्याई है, पंछी दे नाल तुलना कीती है। पंछी कहता ओ जेड़ा आलणे चों डिगाता है मुड़ के ओदा आलणे विच जी लगदा, ओदा नहीं चेत लगदा, माफ करियो ओदा चेत नहीं लगदा। ध्यान दिओ जेकर साडी जिंदगी विच इस तरह है ते असीं कदी भी आशीष पा सकदे, आशीष नहीं पा सकदे। अज अपनी जिंदगी में ध्यान दईए, बहुते लोग ऐसे अनाज्ञाकारी दे करके अनेक अपनी जिंदगी में बरकत गवा बैठे आ,
अनेक लोग अपनी जिंदगी दे विचों अनेक बरकतां गवा बैठे आ। अनेक एक नहीं अनेक बहुवचन अनेक बहुत ज्यादा बरकतां गवा बैठे आ अनआज्ञाकारी दे करके। अनआज्ञाकारी दे करके कईयां दे परिवार दुखी फिरदे आ। दुख विच ने तौबा कीती तां है बपतिस्मा लिया तां है अज भी वो दुखी ने। क्यों? क्योंकि उन्हां दी जिंदगी विच अनआज्ञाकारी सी। उन्हां अपनी जिंदगी विच प्रभु नूं कबूल नहीं सी सही ढंग नाल कीता। उन्हां विच दुष्ट आत्मा निकलदा गया सी पर फिर उन्हां झाड़िया सवारिया कण तो भाव खावे दी बंदगी करनी चालू कर दित्ती। विखावे की बंदगी वास्ते बड़े ध्यान दे के घर जाके पढ़ के देखियो जेडे लोग विखावे की बंदगी करते सी। हिजकिय्याह 8 अध्याय 1 आयत तो लेके सारा चैप्टर पढ़ के देखियो। प्रभु दिलां ते गुरदियां नूं जानदा जेडे लोग विखावे की बंदगी करते सन। हिजकिय्याह 8 अध्याय ਅਸੀਂ ਦੂਸਰਿਆਂ ਦੇ ਸਾਹਮਣੇ ਬੜਾ ਵਧੀਆ ਮੁਸਕਰਾਉਂਦੇ ਵੀ ਆ, ਬਹੁਤ ਵਧੀਆ ਹਿੱਲਦੇ ਜੁੱਲਦੇ ਵੀ ਆ, ਭੰਗੜਾ ਵੀ ਪਾਉਂਦੇ ਆ, ਨਾਚ ਰੰਗ ਵੀ ਕਰਦੇ ਆ। पर जेड़ी आज्ञा प्रभु यीशु मसीह ने दी और तू करदा विखावे दी बंदगी नूं परमेश्वर प्रवान नहीं करदा। अपने मन तो कहता जिन्हां दे मन टेढ़े आ उन्हां तो यहोवा नूं कहणाउंदी आ। सीधी चाल वालियां तो कहता जिन्हां दी चाल सीधी होवे उन्हां तो यहोवा भी प्रसन्न खुश करना ते अपनी चाल सही कर लईए। खुश करना चाहुंदे आ परमेश्वर अपनी जिंदगी विच आशीषां लेना चाहुंदे आ ते सही बन जाइए। प्रभु की बाणी की समझना करती आ बड़े ध्यान देके सुनते आ। हाँ जी पढ़ते आ जेड़ा मनुख अपने ठिकाने भटकता है जेड़ा इंसान अपने ठिकाने भटक जाता है दोबारा जिथे जिथे मर्जी चित कर लो चलिया जाता है वो उस पंछी वर्गा होता है। उस पंछी दे नाल तुलना कीती गई उस पंछी वर्गा होता है जो अपने आलणे तो खोज जावे। जेड़ा अपने आलणे तो खोज जाता है जेड़ा आलणे तो डिग जाता है। सियाणियां ने भी कहा जेड़ा बोट आलणे च डिग जावे दोबारा आलणे च टिकदा है नहीं टिकदा। तजर्बा हो गया ना कईयां दा तजर्बा हो गया कहंदे वो टिकदा नहीं आ। इस करके अपने आप नूं टकाइए टेढ़े मन लैके जेकर बैठे आ अज सीधे कर लईए अज याद करिए। यूहन्ना ये गल्लां कह रहा प्रकाश परमेश्वर दा हो रहा वो कह रहा है कहंदा काका याद कर तू कित्थों कहता कित्थों डिगा से मुड़िया। अज सानू मुड़न दी लोड़ है चल दे अनेक लोग ने तां करके दुष्ट आत्मावां उन्हां दे जीवन विच झाटी तब्दील हो जांदियां प्रवेश हो जांदियां। ओ आप ओ मेरियां भैणां ओ मेरे वीर आप दुष्ट आत्मावां नूं आग्या दिंदे आ जा मेरे जीवन विच आ जा मेरे घर विच। जदों घर विच आ जांदा है ओ घर नूं बर्बाद ही करके रख। ओ वेखिया ना भूत ओ कबरां विच रहिंदा सी इंसान पर रहिंदा ओदे विच की सी भूत रहिंदा सी रहिंदा कबरां विच सी। कोई तन ते कपड़ा नहीं परिवार हैगा सी पर परिवार नाल रहण देंदा परिवार हैगा सी पर परिवार नाल रहण नहीं सी देंदा। तां ते प्रभु ने आख्या जा अंगा सागा विच की दे परिवार हैगा सी ते तां क्या सी ओनू परिवार नाल रहण देंदा दुष्ट आत्मा नहीं सी। याद करिए आज याद करिए जेकर ਅਸੀਂ तौबा ਕੀਤੀ ਸੀ बपतिस्मा लिया सी ਤੇ जेकर ਅਸੀਂ ਇਹ ਜਿਹੇ ਪਾਪ ਕਰਦੇ ਸਾਂ ਦੁਸ਼ਟ ਆਤਮਾ ਨੂੰ अनुमति ਦਿੱਤੀ ਆ ਅੱਜ ਆਪਣੇ ਜੀਵਨ ਵਿੱਚ ਦੁਸ਼ਟ ਆਤਮਾ ਨੂੰ ਕੱਢੀਏ। ਦੁਸ਼ਟ ਆਤਮਾ ਨੂੰ ਕੱਢੀਏ ਜਦੋਂ ਤੁਸੀਂ ਇਹ ਵਚਨ ਦੀ ਆਪਣੇ ਹਿਰਦੇ ਵਾੜ ਕਰੋਗੇ ਕਦੀ ਵੀ ਦੁਸ਼ਟ ਆਤਮਾ ਤੁਹਾਡੇ ਅੰਦਰ ਪ੍ਰਵੇਸ਼ ਹੋ ਸਕਦਾ ਇਹਦਾ ਜਾਨੇ ਹਿਰਦੇ ਵਿੱਚ ਵਚਨ ਹੋਵੇ ਕਦੀ ਪਾਪ ਕਰੇਗਾ ਨਹੀਂਗਾ। ਜਿਹੜਾ ਇਨਸਾਨ ਮੁੜਦਾ ਨਹੀਂ ਆ ਪ੍ਰਭੂ ਦੀ ਬਾਣੀ ਕੀ ਸਮਝਣਾ ਕਰਦੀ ਆ ਇੱਕ ਆਇਤ ਪੜ੍ਹਦੇ ਹਾਂ मत्ती की इंजील 25 अध्याय ओदी 41 आयत पढ़ के समाप्ति कर देने हां बाणी की समझना कर दिया। मत्ती 25 अध्याय 41 आयत पढ़ के समाप्ति कर देने हां तद जेड़े खब्बे पासे होण तद जेड़े खब्बे पासे होणगे ਉਹਨਾਂ ਨੂੰ ਉਹ ਕਹੇਗਾ ਉਹਨਾਂ ਨੂੰ ਪਰਮੇਸ਼ਰ ਆਪ ਕਹੇਗਾ ਇਹ ਸ਼ਰਾਬੇ ਹੋਇਓ ए दुष्ट आत्मा दे भरे लोगो शराबी होयो चले जाओ मेरे को दूर चले जाओ जेड़ी शैतान दे दूतां ने तैयार कीती कहंदा ओ अंधकार दे विच चले जाओ उस नरक दे विच चले जाओ जेड़े ਤੁਹਾਡੇ ਅਤੇ दुष्ट आत्मा दे दूतां दी की आ तैयार कीती होई कहंदा तैयार कीती आ ओ ਅੱਗ ਦੇ ਵਿੱਚ ਅਨੁਮਤੀ ਦੇ ਰਿਹਾ ਹੈ।
प्रभु यीशु मसीह आज्ञा दे रहा है, कहता जाओ और फिर शराबी होयो निकल जाओ, तुसी आज्ञा दी पालना कीती। कहता खब्बे पासे जे, खब्बे पासे बहन वाले जे, कहता तोबा कीती भी आ, बपतिस्मा लिया भी हैगा आ, दुष्ट आत्मा निकल गया सी, पर फिर अंदर वाड़ लेंदे जे। जेकर ਤੁਹਾਡੇ अंदर दुष्ट आत्मा प्रवेश हो गया तो दुष्ट आत्मावां दी जगह किथे आ? किथे आ? नरकां दे विच। नरकां दे विच दुष्ट आत्मावां दी जगह। कहंदा उत्थे जाओगे जिथे दुष्ट आत्मा दे दूत भी ने, कहंदा उत्थे जाओगे जिथे अग सदा ते बलदी आ, सदा दा रोना ते उत्थे की होवेगा ते चींटियां दा वटना। कहंदा ना उत्थे कीड़ा मरेगा। मरकस 9 अध्याय 48 आ बयान कर दिया, कहंदा नरक दा कीड़ा भी मरदा, नरक दा कीड़ा नहीं मरदा। अजीजो भैणों ते भराओ ध्यान दईए, जेड़े नशा पीण वाले आ, नशे दा इस्तेमाल करन वाले आ, जिन्हां तौबा कीती अज ध्यान दईए, उन्हां दी जिंदगी बर्बाद हो रही आ, उन्हां दा घराना बर्बाद हो रहा आ, अंग साथ बर्बाद हो रहे आ, बच्चे बर्बाद हो रहे आ। जेड़े लोग अज भी तौबा करके भी विचार कर रहे सी, ओ ध्यान देना, उन्हां दा परिवार अज टुट रहा है, उन्हां दा परिवार उन्हां कोल दूर हो जा रहा है। ध्यान दईए, जेड़े लोग इहो जिहे पाप करदे आ, बाणी दस दिया काका याद कर तू कित्थों की होया है, डिग्गा सा। याद करिए अज अपनी गलती गुनाहां नूं मन के छड़ दईए, मन के छड़ दईए और आखिए अगे तो बाद मैं एक गुनाह करांगी नहीं करांगा, नहीं करांगी और नहीं करांगा। कर नूं बर्बाद करने वाले भी असीं हां, जिन्हां तौबा कर लियो आप खुद बर्बाद करता है। परमेश्वर दा दोष ना लावे अज तो बाद, अज तो बाद परमेश्वर दा दोष ना लावे। जेकर मेरी भैन करके कई घर ओदा बर्बाद हो गया, वो परमेश्वर ते दोष ना लावे, ओदी अपनी अनाज्ञाकारी सी। मेरा वीर परमेश्वर ते दोष ना लावे, ओदी अपनी अनाज्ञाकारी सी, तो ओदा परिवार, ओदा अपना घराना ओदे तो दूर हो गया है, क्योंकि वो परमेश्वर तो की हो गया सी, बेमुख हो गया सी। परमेश्वर तो बेमुख होने दे नाल बाणी दसदी आ पवित्र 28 अध्याय, कहदा मन्नण दे नाल की ने ते बेमुख होने दे नाल की ने। अज चुन लईए अपने जीवन दे विच किहड़ी चीज नूं चुनना चाहुंदे आ, किहड़ी चीज आ। जेकर विखावे दी भगती करदे आ, बाणी दसदी मैनूं प्रवान नहीं आ, मैनूं प्रवान नहीं आ। कहदा तेरे विच दुष्ट आत्मा कढ दित्ता सी जदों तूं तौबा कीती सी, बपतिस्मा लिया सी, दुष्ट आत्मा उदों ही निकल गया सी। पर जदों फिर तू आप बुलाया, आजा आजा, ऐश परस्ती होनी नहीं हो, नशा किसे करना नहीं हो, आजा, वो तू आज्ञा दी है। इस करके आजा तुसी बच्चों को बड़े ध्यान देकर सुनिया और इस पे अमल करना है। जेकर घर अपना तुसी बर्बाद कर रहे जे, परमेश्वर का इहदे विच दोष नहीं आ, वो दोष तुहाडा है। जेकर कोई नशा करके अपने घर को बर्बाद कर रहा है, वो दोष परमेश्वर का नहीं, तुहाडा है। अनाज्ञाकारी करके जेदा घर परिवार बर्बाद हो रहा है, दोष परमेश्वर का नहीं है, वो तुहाडा है। मैं विचार करके तुहाडा घर बर्बाद हो रहा है, वो दोष परमेश्वर का नहीं है, वो दोष भी किन्हां दा है? तुहाडा है। वो दोष कलीसिया दा है। जेकर कलीसिया इहो जिहे काम कर रही है, अज उन्हां नूं मुड़न दी लोड़ है। अज मुड़िए तां परमेश्वर दे पासों वड्डी आशीष नूं प्राप्त करांगे। सब बोला हालेलुया, बोला हालेलुया, हालेलुया। तुसीं बड़े ध्यान दे के सुनिया है और इस ते अमल भी करना है, और जेड़े अमल करनगे उन्हां दा परिवार और घराना इस तरह बचाया जाएगा जिस तरह बाणी ने दस्या है। ये परमेश्वर दा पाक और पवित्र कलाम है, बड़े सुने जाने वाले परमेश्वर बहुत सारी आशीष और बरकत दे। आमीन। सारी संगत नूं, परमेश्वर दासां नूं मेरे लो प्यार भरी जय श्री जय।